ਇਹ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਹਰਚਰਨ ਸਿੰਘ ਧਾਮੀ ਹੋਰੀ ਜਾਂ ਬਨੂੰਗਰ ਸਾਹਿਬ, ਬੀਬੀ ਜਗੀਰ ਕੌਰ, ਪਤਾ ਨਹੀਂ ਇਹ ਕਦੋਂ ਕਦਾ ਸ਼ੁਰੂ ਕੀਤਾ ਹੋਇਆ ਮਾਜਰਾ। ਇਹ ਤਾਂ 100 ਸਾਲ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਬਣੀ ਨਹੀਂ ਹੋਗੀ। ਹੁਣ ਇਹ ਨਹੀਂ ਪਤਾ ਵੀ ਇਹ ਕਿਹਦੀ ਸਕੀਮ ਸੀ, ਕਿਹੜੇ ਸੰਨ ਦੇ ਵਿੱਚ। ਅੱਜ ਤੋਂ 50 ਸਾਲ ਪਹਿਲਾਂ ਇਹ ਕੱਢੀ, 30 ਸਾਲ ਪਹਿਲਾਂ ਕੱਢੀ। ਕੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਹੈਗੇ ਨੇ ਦਮਦਮਾ ਸਾਹਿਬ ਦੇ ਜਥੇਦਾਰ, ਤੇ ਅਕਾਲ ਤਖਤ ਸਾਹਿਬ ਤੇ ਉਹ ਕਾਰਜਕਾਰੀ ਜਥੇਦਾਰ ਨੇ, ਐਡੀਸ਼ਨਲ ਚਾਰਜ ਮਿਲਿਆ ਹੋਇਆ ਉਹਨਾਂ ਨੂੰ। ਹਾਂ, ਹੁਣ ਤੁਸੀਂ ਦੇਖਿਆ ਕਦੇ ਪ੍ਰੈਸ 'ਚ ਉਹਨਾਂ ਨੂੰ ਕਹਿੰਦਾ ਕੋਈ ਦਮਦਮਾ ਸਾਹਿਬ ਦਾ ਜਥੇਦਾਰ? ਕਦੇ ਪ੍ਰੈਸ ਜਾਂ ਜਿੰਨੇ ਵੀ ਸੰਬੋਧਨ ਕਰਦੇ ਨੇ ਜਾਂ ਜਿੰਨੇ ਵੀ ਉਹਨਾਂ ਨੂੰ ਲਕਬ ਦਿੱਤੇ ਜਾਂਦੇ ਨੇ, ਕੋਈ ਕਹਿੰਦਾ ਵੀ ਦਮਦਮਾ ਸਾਹਿਬ ਦੇ ਜਥੇਦਾਰ ਨੇ? ਜੇ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਜਿਹੜਾ ਇੰਚਾਰਜ ਸੀ ਲਾਇਬ੍ਰੇਰੀ ਦਾ, ਉਹਨੇ ਹੇਰ-ਫੇਰ ਕਰਿਆ, ਤਾਂ ਸ਼੍ਰੋਮਣੀ ਕਮੇਟੀ ਉੱਤੇ FIR ਦਰਜ ਕਰਾਵੇ। ਉਹਦੇ ਵਿੱਚ 2 ਵਾਰੀ ਈਸ਼ਰ ਸਿੰਘ ਨੇ ਦਮਗਜਾ ਮਾਰਿਆ ਕਿ ਜੀ ਮੇਰੇ ਨਾਲ ਇਹ ਝੂਠ ਬੋਲਦੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਆਓ ਕੈਮਰੇ ਦੇ ਸਾਹਮਣੇ, ਇਹ ਨਾਲੇ ਝੂਠਾ ਅਤੇ ਕੌਣ ਸੱਚਾ, ਅਤੇ ਇਹ ਸੰਗਤ ਫੈਸਲਾ ਕਰ ਲੂ। ਹੁਣ ਕੱਲ੍ਹ 35 ਨੰਬਰ ਏਜੰਡੇ 'ਤੇ 368 ਨੰਬਰ ਮਤਾ ਇਹਨਾਂ ਨੇ ਪੇਸ਼ ਕੀਤਾ। ਹਾਈ ਕੋਰਟ ਨੇ ਇੱਕ ਬੰਦਾ ਗੁਰਮੁਖ ਸਿੰਘ ਮੁਅੱਤਲ ਕੀਤਾ ਹੈ, ਉਹ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਨੇ ਆਰਡਰ ਕਰਤੇ ਵੀ ਇਹਦਾ ਨਿਬੇੜੋ ਕੰਮ। ਉਹ ਕੀ ਮਸਲਾ ਸੀ? ਉਹ ਉਹੀ ਮੁਅੱਤਲ ਕੀਤਾ ਸੀ ਵੀ ਜੇ ਪੈਸੇ ਖਾ ਗਿਆ, ਅਤੇ ਉਹਦੀ ਇਹਨਾਂ ਨੇ ਰਿਟਾਇਰਮੈਂਟ ਰੋਕ ਲਈ, ਉਹਦੇ ਫੰਡ ਰੋਕ ਲਏ। ਉਹ ਹਾਈ ਕੋਰਟ ਚਲਾ ਗਿਆ, ਹਾਈ ਕੋਰਟ ਨੇ ਉਹਦੀ ਫੇਵਰ 'ਚ ਆਰਡਰ ਕਰਤਾ। ਹੁਣ ਇਹ ਫਸ ਗਏ। ਹੁਣ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁੜਥੜੀ ਹੈ ਮੌਕੇ ਦਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪੱਖ ਦੇ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਗਏ, ਜਿਹੜੇ ਧਾਮੀ ਸਾਹਿਬ ਵੀ ਉਹਦੇ ਵਿੱਚ ਨੇ ਐਜ ਏ ਸਕੱਤਰ, ਅਤੇ ਜੂਨੀਅਰ ਮੀਤ ਪ੍ਰਧਾਨ ਜਿਹੜਾ ਹੈਗਾ ਉਸ ਕਮੇਟੀ ਦੇ ਵਿੱਚ ਆ, ਅਤੇ ਉਹਦੇ ਸਾਈਨ ਨਹੀਂ ਹੈਗੇ। ਅਤੇ ਇਹ ਅਧੂਰੇ ਸਾਈਨਾਂ ਵਾਲੀ ਰਿਪੋਰਟ ਪੇਸ਼ ਕਰਕੇ ਇਹ ਕਿਉਂ, ਮਤਲਬ ਉਹਨੂੰ ਹੁਣ ਉਹ ਮੈਂ ਇੱਕ ਤਰੀਕਾ ਇਹ ਅਪਣਾਇਆ ਜਸਪਾਲ ਜੀ, ਕਿ ਜੇ ਹੁਣ ਮੈਂ ਉੱਥੇ ਮੰਨ ਲਓ 200 ਬੰਦਾ ਨਾਲ ਲੈ ਜਾਵਾਂ, ਕਿਉਂਕਿ ਮੈਂ ਤਾਂ ਇਕੱਲਾ, ਆਪਣੇ ਆਪ ਨੂੰ ਮਤਲਬ ਉਹਨਾਂ ਦੇ ਪੈਰਲਲ, ਪ੍ਰਧਾਨ ਦੇ ਪੈਰਲਲ ਖੜ੍ਹਾ ਕਰਨ ਲਈ, ਆਪਣੀ ਗੱਲ ਨੂੰ ਮੀਡੀਆ ਦੇ ਵਿੱਚ ਪ੍ਰੋਜੈਕਟ ਕਰਨ ਲਈ, ਕੰਮ ਤਾਂ ਮੈਨੂੰ ਵੀ ਸਾਰੇ ਆਉਂਦੇ ਨੇ। ਇਹ ਤੁਹਾਡੇ ਸਾਹਮਣੇ ਧੱਕੇਸ਼ਾਹੀ ਵਾਲਾ ਜ਼ੋਰ ਤੁਹਾਡੇ ਸਾਹਮਣੇ ਆ ਕਿ ਮੈਨੂੰ ਇਹ ਲੱਗ ਰਿਹਾ, ਜਿਸ ਤਰ੍ਹਾਂ ਦਾ ਮੈਂ ਦੇਖ ਰਿਹਾ 1-2 ਮੀਟਿੰਗਾਂ ਵੀ, ਅਖੀਰ ਨੂੰ ਇਹਨਾਂ ਨੇ ਇੱਕ ਦਿਨ ਮੈਨੂੰ ਮਜਬੂਰ ਕਰ ਦੇਣਾ ਕਿ 200-250 ਬੰਦਾ ਬਾਹਰ ਜਾ ਕੇ ਉੱਥੇ, ਇਹ ਆ ਨਾਅਰੇ ਤਾਂ ਨਹੀਂ ਮੈਂ ਫਿਰ ਵੀ ਮਾਰਨ ਦਊਂਗਾ। ਇਹ ਆ ਵੀ ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਹਾਂ ਅਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ TV 'ਤੇ। ਦਰਸ਼ਕੋ, ਸਿੱਖਾਂ ਦੀ ਇੱਕ ਸੰਸਥਾ, ਉਹਨੂੰ ਇੱਕ ਪਵਿੱਤਰ ਸੰਸਥਾ ਵੀ ਕਿਹਾ ਜਾ ਸਕਦਾ, ਕਿਉਂਕਿ ਬੜੀਆਂ ਕੁਰਬਾਨੀਆਂ ਦੇ ਕੇ ਉਹ ਸੰਸਥਾ ਬਣੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਲੇਕਿਨ ਪਿਛਲੇ ਕੁਝ ਸਮੇਂ ਤੋਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧਕੀ ਨਿਜ਼ਾਮ ਆ, ਉਹਦੇ ਖਿਲਾਫ ਕਾਫੀ ਸਾਰੀਆਂ ਸ਼ਿਕਾਇਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਹਿਣਾ ਕਿ ਸਾਡਾ ਜਿਹੜਾ ਪ੍ਰਬੰਧਕੀ ਨਿਜ਼ਾਮ ਹੈ ਉਹ ਸਾਰਾ ਕੁਝ ਠੀਕ ਹੈ, ਅਸੀਂ ਸਾਰਾ ਕੁਝ ਗੁਰਮਤ ਦੇ ਅਨੁਸਾਰ ਕਰਦੇ ਹਾਂ, ਲੇਕਿਨ ਫਿਰ ਵੀ ਜਿਹੜੀਆਂ ਪੰਥਕ ਧਿਰਾਂ ਨੇ ਉਹ ਬਹੁਤ ਵਾਰੀ ਸ਼ਿਕਾਇਤਾਂ ਕਰਦੀਆਂ ਨੇ। ਅਨੇਕਾਂ ਤਰ੍ਹਾਂ ਦੇ ਜਿਹੜੇ ਕੇਸ ਨੇ ਉਹ ਸ਼੍ਰੋਮਣੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਥਾਪਿਤ ਕੀਤਾ ਗਿਆ ਜੁਡੀਸ਼ੀਅਲ ਕਮਿਸ਼ਨ, ਉਹਦੇ ਵਿੱਚ ਵੀ ਚੱਲਦੇ ਹੋਣਗੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੇਸ, ਲੇਕਿਨ ਸੁਣਵਾਈ ਨਹੀਂ ਹੋ ਰਹੀ। ਹੁਣ ਸੱਚਾਈ ਕਿਹੜੀ ਹੈ, ਸੱਚੀ ਧਿਰ ਕੌਣ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥਕ ਧਿਰਾਂ? ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੀ। ਬਾਬਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬ੍ਰੇਨ ਔਨ TV 'ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਵੇਂ ਇੱਕ ਗੱਲ, ਜਦੋਂ ਵੀ ਕੋਈ ਪੰਥਕ ਧਿਰਾਂ ਐਲੀਗੇਸ਼ਨ ਲਾਉਂਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਨਿਜ਼ਾਮ ਦੇ ਖਿਲਾਫ, ਕਈ ਚੀਜ਼ਾਂ ਆਉਂਦੀਆਂ ਨੇ ਸਾਹਮਣੇ, ਉਹਦੇ ਬਾਰੇ ਸ਼੍ਰੋਮਣੀ ਕਮੇਟੀ ਬਹੁਤ ਵਾਰੀ ਪ੍ਰੈਸ ਕਾਨਫਰੰਸ ਕਰਕੇ ਐਲੀਗੇਸ਼ਨਸ ਜਿਹੜੇ ਹੁੰਦੇ ਨੇ ਨਕਾਰ ਦਿੰਦੀ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਬਿਲਕੁਲ ਸਹੀ ਚੱਲ ਰਿਹਾ। ਹੁਣ ਸਵਾਲ ਇਹ ਬਣਦਾ, ਸੰਗਤ ਦੇ ਵਿੱਚ ਇੱਕ ਦੁਬਿਧਾ ਵੀ ਹੈ ਕਿ ਸੱਚੀ ਧਿਰ ਕਿਹੜੀ ਹੈ, ਪੰਥਕ ਧਿਰਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਿਰ? ਦੇਖੋ, ਜੇ ਤੁਸੀਂ ਇਹਦਾ ਇਤਿਹਾਸ ਪੜ੍ਹੋ, ਤਕਰੀਬਨ ਮੇਰੀ ਵੀ 43-44 ਸਾਲ ਦੀ ਉਮਰ ਹੋ ਚੱਲੀ। ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਨੂੰ ਅਸੀਂ ਪ੍ਰਧਾਨਗੀ ਕਰਦੇ ਹਾਂ ਬਹੁਤ ਨੇੜੇ ਤੋਂ ਤੱਕਿਆ, ਕਿਉਂਕਿ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਬੜੇ ਨੇੜਲੇ ਨਿੱਘੇ ਸੰਬੰਧ ਸੀ। ਤੁਸੀਂ ਇਹ ਦੇਖੋ ਕਿ ਇਹ ਜਿਹੜੇ ਐਲੀਗੇਸ਼ਨ ਤੁਸੀਂ ਕਹਿ ਰਹੇ ਹੋ ਜਾਂ ਇਹ ਸਵਾਲ ਜਿਹੜੇ ਉੱਠਣੇ, ਇਹ ਕਦੋਂ ਤੋਂ ਸ਼ੁਰੂ ਹੋਏ ਜੀ? ਅਸੀਂ ਕਦੇ ਟੌੜਾ ਸਾਹਿਬ ਦੇ ਟਾਈਮ ਦੇ ਉੱਤੇ, ਮੈਨੂੰ ਪੂਰੀ ਸੁਰਤ ਆ, ਕਦੇ ਮੈਂ ਇਹੋ ਜਿਹਾ ਕੁਛ ਨਹੀਂ ਸੀ ਦੇਖਿਆ ਜੀ। ਬਲਕਿ ਮੈਂ ਇਹ ਪ੍ਰਭਾਵ ਦੇਖਿਆ ਕਿ ਜਦੋਂ ਪ੍ਰਧਾਨ ਗੁਰੂ ਘਰ ਦੇ ਵਿੱਚ ਆ ਜਾਂਦਾ ਸੀ, ਮਤਲਬ ਇੱਕ ਹਿਲਜੁਲ ਹੋ ਜਾਂਦੀ ਸੀ। ਇਹ ਹੁੰਦਾ ਬੰਦੇ ਦਾ ਆਪਣਾ ਔਰਾ, ਆਪਣਾ ਪ੍ਰਤਾਪ, ਇੱਕ ਪਰਮਾਤਮਾ ਦੇ ਕੇ ਭੇਜਦਾ, ਇੱਕ ਬੰਦੇ ਦਾ ਕਰਮ ਹੈ ਜਿਹੜਾ ਉਹ ਬਣਾਉਂਦਾ ਹੈ। ਅਸਲ ਦੇ ਵਿੱਚ ਹੁਣ ਜਿਹੜਾ ਪਿਛਲੇ ਕੁਝ ਸਮੇਂ ਤੋਂ ਇਹ ਕੁਛ ਸ਼ੁਰੂ ਹੋਇਆ, ਉਹ ਇਸ ਲਈ ਹੋਇਆ ਕਿ ਬਹੁਤ ਸਾਰੀ ਢਿੱਲ ਇਸ ਨਿਜ਼ਾਮ ਦੇ ਵਿੱਚ ਆਈ, ਵੱਡੇ ਵੱਡੇ ਸਵਾਲ ਜਿਹੜੇ ਨੇ, ਔਰ ਉਹ ਸੱਚ ਨੇ। ਮਤਲਬ ਜਿਹੜੇ ਐਲੀਗੇਸ਼ਨ ਪੰਥਕ ਧਿਰਾਂ ਵੱਲੋਂ ਲਾਏ ਜਾਂਦੇ ਨੇ, ਤੁਸੀਂ ਕਹਿ ਰਹੇ ਵੀ ਉਹ ਸੱਚ ਨੇ? ਦੇਖੋ, 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਇਹਨੂੰ ਤੁਸੀਂ ਕਿਵੇਂ ਝੂਠਾ ਕਹਿ ਦੋਗੇ ਵੀ ਐਲੀਗੇਸ਼ਨ ਹੈ?
ਇਸ ਤੋਂ ਇਲਾਵਾ ਜੂਨ 1984 ਸਿੱਖ ਲਾਇਬ੍ਰੇਰੀ ਰੈਫਰੈਂਸ ਦਾ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਲੰਬਿਤ ਆ, ਜਿਹਦੇ 'ਤੇ ਸ਼੍ਰੋਮਣੀ ਕਮੇਟੀ ਕੁਛ ਕਰ ਨਹੀਂ ਰਹੀ। ਅਤੇ ਜੇ ਕੋਈ ਇਹ ਗੱਲ ਕਰਦਾ ਇਹਨੂੰ ਤੁਸੀਂ ਕਿਵੇਂ ਝੂਠਾ ਕਹਿ ਦੋਗੇ? ਅਤੇ ਜੇ ਘਾਟਾਂ ਆ ਰਹੀਆਂ ਨੇ ਤਾਂ ਸਵਾਲ ਉੱਠਦੇ ਨੇ। ਹਾਂ, ਹੋ ਸਕਦਾ ਕਿ ਕਈ ਵਾਰੀ ਕੋਈ ਬੰਦਾ ਪੋਲੀਟੀਕਲੀ ਮਾਈਲੇਜ ਲੈਣ ਲਈ ਬਹੁਤ ਸਾਰੇ ਐਲੀਗੇਸ਼ਨ ਜਿਹੜੇ ਨੇ ਉਹ ਅਗਲਾ ਝੂਠੇ ਵੀ ਲਾ ਦਿੰਦਾ। ਉਹ ਤਾਂ ਦੇਖੋ ਤੁਹਾਡੇ 'ਤੇ ਮੇਰੇ 'ਤੇ ਉਹ ਤਾਂ ਇੱਕ ਸਮਾਜ ਦਾ ਹਿੱਸਾ। ਪਰ ਜਿਹੜੇ ਵੱਡੇ ਸਵਾਲ ਨੇ ਮੈਂ ਉਹਨਾਂ ਦੀ ਗੱਲ ਕਰਦਾ ਕਿ ਜਿਨ੍ਹਾਂ ਦੀ ਜਵਾਬਦੇਹੀ ਕਰਨੀ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ। ਤਾਂ ਉਹਦੇ ਉੱਤੇ ਉਹ ਸਵਾਲਾਂ ਦਾ ਜੇ ਸ਼੍ਰੋਮਣੀ ਕਮੇਟੀ ਹੱਲ ਕਰ ਦੇਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਇੱਦਾਂ ਕੋਈ ਐਲੀਗੇਸ਼ਨ ਸੱਚਾ ਜਾਂ ਝੂਠਾ ਕੋਈ ਜਿਹੜਾ ਸ਼੍ਰੋਮਣੀ ਕਮੇਟੀ 'ਤੇ ਲਾਵੇ, ਕਿਉਂਕਿ ਹਰ ਸਿੱਖ ਸਮਝਦਾ ਕਿ ਇਹ ਸੰਸਥਾ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਗੁਰਸਿੱਖਾਂ ਨੇ ਆਪਣਾ ਲਹੂ ਵਹਾ ਕੇ ਇਹ ਸਾਨੂੰ ਇਹ ਨਿਜ਼ਾਮ ਜਿਹੜਾ ਹੈ ਸਾਕਾ ਨਨਕਾਣਾ ਸਾਹਿਬ ਦਾ ਜਿਹੜਾ ਇਹ ਸਾਡੇ ਸਾਹਮਣੇ ਹੈ, ਇਹ ਉਸ ਤਰ੍ਹਾਂ ਮਿਲਿਆ। ਇਹ ਕੋਈ ਇਹ ਤਾਂ ਹੈ ਨਹੀਂ ਕਿਸੇ ਤੋਂ ਖੈਰਾਤ ਮਿਲੀ ਹੈ। ਪਰ ਅੱਜ ਇਹ ਬਦਕਿਸਮਤੀ ਹੈ ਕਿ ਜਦੋਂ ਦੀ ਇਹ ਕਮੇਟੀ ਖਾਸ ਕਰਕੇ ਪਿਛਲੇ 20 ਸਾਲ ਤੋਂ ਇੱਕ ਪਰਿਵਾਰ ਦੇ ਕਬਜ਼ੇ ਦੇ ਵਿੱਚ ਆ ਗਈ ਅਤੇ ਉਸ ਤੋਂ ਬਾਅਦ ਇਹ ਦੌਰ ਸ਼ੁਰੂ ਹੋਇਆ। ਹੁਣ ਦੇਖੋ ਸਿਰਸੇ ਵਾਲੇ ਨੂੰ ਮਾਫੀ ਦਿੱਤੀ, ਹੁਣ ਇਹ ਐਲੀਗੇਸ਼ਨ ਥੋੜ੍ਹੀ ਹੈ, ਇਹ ਤਾਂ ਸੱਚਾਈ ਹੈ। ਠੀਕ ਹੈ ਨਾ ਗੱਲ? ਫਿਰ 90 ਲੱਖ ਦੇ ਇਸ਼ਤਿਹਾਰ ਦਿੱਤੇ, ਇਹ ਐਲੀਗੇਸ਼ਨ ਥੋੜ੍ਹੀ ਹੈ, ਇਹ ਸੱਚਾਈ ਹੈ। ਤਾਂ ਜਿੰਨੀ ਦੇਰ ਤੱਕ ਇਹ ਗੱਲਾਂ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ, ਹੁਣ ਵੱਡੀਆਂ ਗਲਤੀਆਂ ਕਰਨ ਕਰਕੇ ਹੁਣ ਜਿਹੜੀ ਛੋਟੀ ਵੀ ਹੁੰਦੀ ਹੈ ਉਹ ਵੀ ਵੱਡੀ ਬਣ ਕੇ ਉੱਭਰਦੀ ਹੈ। ਗੱਲ ਤਾਂ ਇਹ ਆ। ਇੱਕ ਸਵਾਲ ਹੋਰ ਉੱਭਰ ਕੇ ਆਉਂਦਾ ਕਿ ਜਿਵੇਂ ਰਾਜਨੀਤਿਕ ਤੰਤਰ ਜਾਂ ਜਿਹੜਾ ਪ੍ਰਸ਼ਾਸਨਿਕ ਤੰਤਰ ਆ, ਇਹਦੇ 'ਤੇ ਅਕਸਰ ਐਲੀਗੇਸ਼ਨ ਲੱਗਦੇ ਆ ਕਿ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਲੋਕ ਲਗਾਤਾਰ ਸ਼ਿਕਾਇਤਾਂ ਕਰਦੇ ਨੇ। ਇਹ ਸਿਸਟਮ ਦੇਖਣ 'ਚ ਆਉਂਦਾ ਕਿ ਪੰਥਕ ਧਿਰਾਂ ਬੜੇ ਲੰਬੇ ਸਮੇਂ ਤੋਂ ਜਿਵੇਂ ਹੁਣ ਭਾਈ ਰਣਜੀਤ ਸਿੰਘ ਹੁਣੀ ਵੀ ਨੇ ਬੜਾ ਜੱਦੋਜਹਿਦ ਕਰ ਰਹੇ ਨੇ 328 ਸਰੂਪਾਂ ਦਾ ਮਸਲਾ, ਜਿਹੜਾ ਤੁਸੀਂ ਵੀ ਉਹਨਾਂ ਦੇ ਨਾਲ ਕਾਫੀ ਥਾਵਾਂ 'ਤੇ ਪ੍ਰੋਟੈਸਟ ਕਰਦੇ ਹੋ, ਚੀਜ਼ਾਂ ਦੇ ਵਿੱਚ ਬੋਲਦੇ ਵੀ ਹੋ ਕਮੇਟੀ ਦੇ ਮੀਟਿੰਗਾਂ ਦੇ ਵਿੱਚ। ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਸੁਣਵਾਈ ਨਹੀਂ ਕਰ ਰਹੀ। ਹੁਣ ਇੱਕ ਸਵਾਲ ਇਹ ਬਣ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਵਿੱਚ ਜਾਂ ਜਿਹੜੇ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਪ੍ਰਬੰਧਕ ਨੇ ਉਹਨਾਂ ਦੇ ਵਿੱਚ ਕੀ ਫਰਕ ਆ? ਕਿਉਂਕਿ ਜਿਹੜਾ ਸਿੱਖੀ ਦਾ ਸਿਧਾਂਤ ਆ ਉਹ ਤਾਂ ਬੜਾ ਹਲੀਮੀ ਵਾਲਾ ਅਤੇ ਦੁਸ਼ਮਣ ਦੀ ਵੀ ਸਹਾਇਤਾ ਕਰਨ ਵਾਲਾ ਆ, ਅਤੇ ਇੱਥੇ ਆਪਣੇ ਹੀ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਕਮੇਟੀ ਦੇ ਵਿੱਚ। ਤਾਂ ਇੱਕ ਸਾਈਕੋਲੋਜੀਕਲੀ ਮੈਂ ਪੁੱਛ ਰਿਹਾ ਕਿ ਕਮੇਟੀ ਦੇ ਨਿਜ਼ਾਮ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਆ, ਉਹ ਕਿਸ ਕਿਸਮ ਨਾਲ ਸੋਚਦੇ ਨੇ, ਕੀ ਕੰਮ ਕਰਨਾ ਕੀ ਚਾਹੁੰਦੇ ਨੇ ਅਸਲ ਦੇ ਵਿੱਚ? ਮੈਨੂੰ ਇਹ ਲੱਗਦਾ ਕਿ ਇਹ ਤਾਂ ਸਰਕਾਰੀਕਰਨ ਹੈ ਇੱਕ ਤਰ੍ਹਾਂ ਦਾ, ਇਹ ਬਹੁਤ ਦੇਰ ਦਾ ਹੋ ਚੁੱਕਿਆ। ਇਹ ਅੱਜ ਦਾ ਨਹੀਂ, ਇਹ ਮੈਨੂੰ ਲੱਗਦਾ ਕਿ ਮੇਰੀ ਇਹ ਚੀਜ਼ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਉਦੋਂ ਦਾ ਦੇਖਦਾ ਕਿ ਜਿਵੇਂ ਸਰਕਾਰੀ ਅਫਸਰ ਆ ਗਿਆ, ਸਰਕਾਰੀ ਲੀਡਰ ਆ ਗਿਆ ਅਤੇ ਉਹ ਸਰਕਾਰ ਦੇ ਬੰਦੇ ਉਹਦੇ ਅੱਗੇ ਪਿੱਛੇ ਭੱਜਦੇ ਨੇ। ਇਸੇ ਤਰ੍ਹਾਂ ਗੁਰਦੁਆਰੇ 'ਚ ਪ੍ਰਧਾਨ ਸਾਹਿਬ ਆ ਗਏ, ਸੈਕਟਰੀ ਆ ਗਿਆ, ਜਾਂ ਕੋਈ ਇੰਸਪੈਕਟਰ ਆ ਗਿਆ, ਉਹ ਮੈਨੇਜਰ ਤੁਸੀਂ ਦੇਖੋ ਉੱਧਰ ਨੂੰ ਭੱਜੇ ਫਿਰਦੇ ਨੇ। ਇਹ ਗੁਰੂ ਘਰ ਦੇ ਵਿੱਚ ਇਹ ਪਰੰਪਰਾ ਨਹੀਂ ਹੈ। ਇਹ ਗੁਰੂ ਘਰ ਗੁਰੂ ਸਾਹਿਬਾਨ ਨੇ ਇਹ ਪਰੰਪਰਾ ਦੇ ਵਿੱਚ ਨਹੀਂ ਬਣਾਏ। ਗੁਰੂ ਘਰ ਦੇ ਵਿੱਚ ਤਾਂ ਨੀਵਾਂ ਹੋ ਕੇ ਆਉਣਾ, ਸੰਗਤ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਨੀ, ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਅਤੇ ਉਸ ਸਹਿਜ ਦੇ ਵਿੱਚ ਹੀ ਚਲੇ ਜਾਣਾ। ਗੁਰੂ ਘਰ ਦੀ ਤਾਂ ਆਉਣ ਦੀ ਇਹ ਮਰਜ਼ਾਦਾ। ਪਰ ਇਹ ਸਾਡਾ ਜਿਹੜਾ ਨਿਜ਼ਾਮ ਹੈ ਇਹਦੇ ਉੱਤੇ, ਕਿਉਂਕਿ ਇੱਕ ਤਾਂ ਦੇਖੋ 1925 ਦਾ ਐਕਟ ਬਣਿਆ, ਇਹ ਅੰਗਰੇਜ਼ਾਂ ਨੇ ਜਿਹੜਾ ਐਕਟ ਸਾਡੇ 'ਤੇ ਥੋਪਿਆ, ਕਿਉਂਕਿ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਵਿਚਾਰਧਾਰਾ ਪੈਦਾ ਕੀਤੀ, 5 ਸਿੱਖਾਂ ਦੇ ਸੀਸ ਲਏ, ਉਹ ਸਿਲੈਕਸ਼ਨ ਕੀਤੀ ਸੀ। ਉੱਥੇ ਦਸਮ ਪਾਤਸ਼ਾਹ ਨੇ ਵੋਟਾਂ ਨਹੀਂ ਸੀ ਪਾਈਆਂ, ਕਿਉਂਕਿ ਗੁਰੂ ਸਾਹਿਬ ਜਾਣਦੇ ਸੀ ਕਿ ਜਿਹੜਾ ਵੋਟਿੰਗ ਪ੍ਰੋਸੈਸ ਆ ਉਹ ਜਿੱਥੇ ਵੀ ਸ਼ੁਰੂ ਹੋਊਗਾ ਉੱਥੇ ਜਿਹੜੀ ਆ ਘਾਟਾਂ ਆਉਂਦੀਆਂ ਨੇ। ਤੋ ਅੰਗਰੇਜ਼ਾਂ ਨੇ ਜਿਹੜਾ ਸਿੱਖਾਂ ਨੇ ਅੱਗੇ ਹੋ ਕੇ ਆਜ਼ਾਦੀ ਦੇ ਵਿੱਚ ਹਮਲਾ ਮਾਰਿਆ, ਉਹਨਾਂ ਨੂੰ ਇਹ ਰੰਜ ਸੀ, ਉਹਨਾਂ ਨੇ ਬਦਲਾ ਲੈ ਕੇ ਇਹਨਾਂ ਨੂੰ ਇੱਕ ਐਕਟ ਦੇ ਅਧੀਨ ਸਾਨੂੰ ਬੰਨ੍ਹ ਦਿੱਤਾ। ਇੱਕ ਤਾਂ ਸਰਕਾਰੀਕਰਨ 1925 'ਚ ਹੀ ਹੋ ਗਿਆ, ਹੁਣ ਬਹੁਤ ਐਕਟ ਦੇ ਮੁਤਾਬਕ ਚੱਲਦੇ ਨੇ। ਪਰ ਚਲੋ ਐਕਟ ਇੱਕ ਵੱਖਰੀ ਚੀਜ਼ ਆ, ਉਹ ਤੋਂ ਇਲਾਵਾ ਜਿਹੜਾ ਸ਼੍ਰੋਮਣੀ ਕਮੇਟੀ ਵਿੱਚ ਗੁਰਮਤ, ਅਧਿਆਤਮਕਤਾ, ਉਹਦੀ ਝਲਕ ਸਾਨੂੰ ਖਾਸ ਕਰਕੇ ਜਿਹੜਾ ਪ੍ਰਸ਼ਾਸਨਿਕ ਸਿਸਟਮ ਹੈ ਉਹਦੇ ਵਿੱਚ ਘੱਟ ਦੇਖਣ ਨੂੰ ਮਿਲਦੀ ਆ। ਤਾਂ ਉਹਦੇ ਲਈ ਜਿਹੜਾ ਜੱਦੋਜਹਿਦ, ਹੁਣ ਦੇਖੋ ਜਿਹੜੇ ਸਵਾਲ ਸਾਡੇ ਬਣਦੇ ਨੇ, ਹੁਣ ਮੈਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਪਹਿਲੀ ਮੀਟਿੰਗ ਦੇ ਵਿੱਚ ਇੱਕ ਨੁਕਤੇ ਜਿਹੜੇ ਸਾਹਮਣੇ ਰੱਖੇ ਨੇ। ਹੁਣ ਉਹ ਮੈਂ ਇੱਕ ਤਰੀਕਾ ਇਹ ਅਪਣਾਇਆ ਜਸਪਾਲ ਜੀ ਕਿ ਜੇ ਹੁਣ ਮੈਂ ਉੱਥੇ ਮੰਨ ਲਓ 200 ਬੰਦਾ ਨਾਲ ਲੈ ਜਾਵਾਂ, ਕਿਉਂਕਿ ਮੈਂ ਤਾਂ ਇਕੱਲਾ, ਆਪਣੇ ਆਪ ਨੂੰ ਮਤਲਬ ਉਹਨਾਂ ਦੇ ਪੈਰਲਲ, ਪ੍ਰਧਾਨ ਦੇ ਪੈਰਲਲ ਖੜ੍ਹਾ ਕਰਨ ਲਈ, ਆਪਣੀ ਗੱਲ ਨੂੰ ਮੀਡੀਆ ਦੇ ਵਿੱਚ ਪ੍ਰੋਜੈਕਟ ਕਰਨ ਲਈ, ਕੰਮ ਤਾਂ ਮੈਨੂੰ ਵੀ ਸਾਰੇ ਆਉਂਦੇ ਨੇ, ਕਿਉਂਕਿ ਅਸੀਂ ਵੀ ਇਹੀ ਸਿਸਟਮ, ਕਿਉਂਕਿ ਧਾਰਮਿਕ ਅਤੇ ਸਾਡੀ ਰਾਜਨੀਤੀ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ, ਠੀਕ ਹੈ।
ਪਰ ਮੈਂ ਇਹ ਸੋਚਦਾ ਕਿ ਜੇ ਮੈਂ ਉਸ ਕਿਰਦਾਰ ਨਾਲ ਜਾਵਾਂ ਜਿਹਦੇ ਵਿੱਚ ਮੇਰੀ ਬੋਲੀ 'ਚੋਂ, ਮੇਰੇ ਕੰਮ 'ਚੋਂ ਧਾਰਮਿਕਤਾ, ਅਧਿਆਤਮਿਕਤਾ, ਹਾਂ, ਉਹ ਜ਼ਿਆਦਾ ਚਮਕੇ, ਉਹਦੇ ਵਿੱਚੋਂ ਰਾਜਨੀਤੀ ਦੀ ਬੋ ਨਾ ਆਵੇ। ਪਰ ਮੈਨੂੰ ਇਹ ਲੱਗਦਾ ਕਿ ਇਸ ਨਿਜ਼ਾਮ ਨੂੰ ਇਹ ਸੁਭਾਅ ਪੈ ਚੁੱਕਿਆ। ਇਹ ਤੁਹਾਡੇ ਸਾਹਮਣੇ ਧੱਕੇਸ਼ਾਹੀ ਵਾਲਾ ਜ਼ੋਰ ਤੁਹਾਡੇ ਸਾਹਮਣੇ ਆ ਕਿ ਮੈਨੂੰ ਇਹ ਲੱਗ ਰਿਹਾ, ਜਿਸ ਤਰ੍ਹਾਂ ਦਾ ਮੈਂ ਦੇਖ ਰਿਹਾ 1-2 ਮੀਟਿੰਗਾਂ ਵੀ, ਅਖੀਰ ਨੂੰ ਇਹਨਾਂ ਨੇ ਇੱਕ ਦਿਨ ਮੈਨੂੰ ਮਜਬੂਰ ਕਰ ਦੇਣਾ ਕਿ 200-250 ਬੰਦਾ ਬਾਹਰ ਜਾ ਕੇ ਉੱਥੇ, ਇਹ ਆ ਨਾਅਰੇ ਤਾਂ ਨਹੀਂ ਮੈਂ ਫਿਰ ਵੀ ਮਾਰਨ ਦਊਂਗਾ, ਇਹ ਆ ਵੀ ਸਤਨਾਮ ਦਾ ਜਾਪ ਜਪੇ ਤੇ ਮੈਂ ਅੰਦਰ ਬੈਠਾ ਹੋਵਾਂ। ਇੱਕ ਜਿਹੜੀ ਪ੍ਰੈਸ਼ਰ ਟੈਕਟਿਕਸ ਦੀ ਸਾਡੀ ਪੋਲਿਟਿਕਸ ਆ, ਉਹ ਜੋ ਆਮ ਸਮਾਜ ਦੇ ਵਿੱਚ ਦੇਖ ਰਹੇ ਹਾਂ, ਉਹੀ ਸ਼੍ਰੋਮਣੀ ਕਮੇਟੀ ਵੀ ਉਹਦੀ ਆਦਤ ਪਾ ਚੁੱਕੀ ਆ। ਇਹਨਾਂ ਦੇ ਆਪਣੇ ਕੰਮ ਕਰਨ ਦਾ ਸੁਭਾਅ, ਤੇ ਇਹ ਵਿਰੋਧੀ ਤੋਂ ਵੀ ਇਹੀ ਭਾਲਦੇ ਨੇ। ਮੈਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀਆਂ ਕਰ ਰਿਹਾ। ਮੈਂ ਹੁਣ ਦੇਖੋ ਇੱਕ ਏਜੰਡਾ ਇਹਨਾਂ ਨੂੰ ਕੱਲ੍ਹ ਪੇਸ਼ ਕੀਤਾ ਨਿਮਰਤਾ ਨਾਲ, ਗੁਰਮਤਿ ਦੇ ਦਾਇਰੇ ਵਿੱਚ। ਮੈਂ ਉਹਦੇ ਵਿੱਚ ਨੁਕਤੇ ਰੱਖੇ ਨੇ। ਉਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਭਾਈ ਜੂਨ 1984 ਦੇ ਵਿੱਚ ਸਿੱਖ ਲਾਇਬ੍ਰੇਰੀ ਦਾ ਜਿਹੜਾ ਸਰਮਾਇਆ, ਜਿਹਦਾ ਕੇਸ ਚੱਲਦਾ, ਮੈਂ ਇਹਦੇ ਨਾਲ ਸੰਬੰਧਿਤ ਗੱਲ ਕਰਦਾ। ਜਿਵੇਂ ਤੁਹਾਡੇ ਹੀ ਸਾਥੀ ਨੇ ਭਾਈ ਰਣਜੀਤ ਸਿੰਘ ਹੁਣੀ, ਪੰਥਕ ਅਕਾਲੀ ਲਹਿਰ ਦੇ ਤੁਸੀਂ ਨੁਮਾਇੰਦੇ ਹੋ ਵਧੀਆ ਲੈਵਲ 'ਤੇ, ਤਾਂ ਉਹ ਵੀ ਬੜੇ ਚਿਰ ਦਾ ਇਸ ਗੱਲ ਦੇ ਉੱਪਰ ਬੋਲਦੇ ਵੀ ਨੇ, ਕਈ ਤਰੀਕੇ ਨਾਲ ਪ੍ਰੋਟੈਸਟ ਕਰਦੇ ਨੇ, ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਆਖਰ ਕਮੀ ਕਿੱਥੇ ਆ? ਸ਼੍ਰੋਮਣੀ ਕਮੇਟੀ ਨੂੰ ਡਰ ਕਿਸ ਗੱਲ ਦਾ ਵੀ ਉਹ ਕੋਈ ਖੁੱਲ੍ਹ ਕੇ ਸੰਗਤ ਦੇ ਸਾਹਮਣੇ ਜਵਾਬ ਨਹੀਂ ਦੇਣਾ ਚਾਹੁੰਦੀ? ਇਹ ਗੁਰੂ ਸਾਹਿਬ ਕਹਿੰਦੇ ਨੇ, ਸੋ ਡਰਾ ਜੇ ਪਾਪ ਕਮਾਉਂਦਾ ਧਰਮੀ ਬਖਸ਼ੇਤ। ਡਰ ਤਾਂ ਉਹਨੂੰ ਹੁੰਦਾ ਜਿਹਦੇ ਵਿੱਚ ਕੋਈ ਨਾ ਕੋਈ ਪਾਪ ਹੁੰਦਾ। ਇਹਦਾ ਮਤਲਬ ਜੇ ਜੂਨ 1984 ਦੇ ਸਿੱਖ ਲਾਇਬ੍ਰੇਰੀ ਰੈਫਰੈਂਸ ਦੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਆ, ਫੌਜ ਨੇ ਤੇ ਸੈਂਟਰ ਸਰਕਾਰ ਨੇ ਆਪਣਾ ਜਵਾਬ ਦੇ ਦਿੱਤਾ, ਤੇ ਸ਼੍ਰੋਮਣੀ ਕਮੇਟੀ ਜਿਹਦੇ ਘਰ ਦੇ ਵਿੱਚੋਂ ਸਰਮਾਇਆ ਗੁੰਮ ਹੈ, ਉਹ ਕਹਿ ਰਹੀ ਹੈ ਵੀ ਅਸੀਂ ਕਮੇਟੀ ਬਣਾ ਕੇ ਦੇਖਾਂਗੇ। ਆਪਣੇ ਆਪ ਹੀ ਇਹ ਗਿਲਟੀ ਹੋਏ ਪਏ ਨੇ ਉੱਥੇ। ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਕਿਉਂ ਨਹੀਂ ਦੱਸਦੇ? ਜੇ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਜਿਹੜਾ ਇੰਚਾਰਜ ਸੀ ਲਾਇਬ੍ਰੇਰੀ ਦਾ, ਉਹਨੇ ਹੇਰ ਫੇਰ ਕਰਿਆ, ਤਾਂ ਸ਼੍ਰੋਮਣੀ ਕਮੇਟੀ ਉੱਤੇ FIR ਦਰਜ ਕਰਾਵੇ, ਬਾਈ ਨੇਮ ਕਰਾਵੇ। ਕਿ ਇਹਨੇ ਦੇਖੋ, ਅੱਜ ਕੋਈ ਸਰਕਾਰ ਤੋਂ ਰਿਟਾਇਰ ਹੋ ਕੇ ਚਲਿਆ ਜਾਵੇ, ਜਦੋਂ ਪੜਤਾਲ ਖੁੱਲ੍ਹਦੀ ਆ, ਕੀ ਰਿਟਾਇਰ ਬੰਦਿਆਂ ਦੇ ਉੱਤੇ ਪਰਚੇ ਨਹੀਂ ਦਰਜ ਹੁੰਦੇ? ਉਹਨਾਂ 'ਤੇ ਮੁਕੱਦਮੇ ਨਹੀਂ ਹੁੰਦੇ? ਤੇ ਫਿਰ ਇਹੋ ਜਿਹਾ ਕਾਰਨ ਕੀ ਆ? ਸਾਨੂੰ ਹੁਣ ਦੇਖੋ, ਜਦੋਂ ਇੱਥੋਂ ਅੱਗੇ ਗੱਲ ਸ਼ੁਰੂ ਹੋ ਜਾਂਦੀ ਆ ABCD, ਤੁਸੀਂ ਕੁਝ ਵੀ ਕਹੋ, ਉਹ ਵੇਚਤਾ, ਉਹ ਕੀ ਕਰਤਾ। ਦੇਖੋ, ਅੱਜ ਕੌਮ ਦੇ ਲਈ ਬੜੀਆਂ ਚਿੰਤਾ ਦਾ ਵਿਸ਼ਾ, ਉਹ ਸਾਡਾ ਬੇਸ ਹੈ, ਉਹ ਤੋਂ ਅੱਗੇ ਹੀ ਗੱਲ ਚੱਲਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ, ਪੁਰਾਤਨ ਹੁਕਮਨਾਮੇ। ਅੱਛਾ, ਨੰਬਰ 2, 328 ਸਰੂਪਾਂ ਦਾ ਮਸਲਾ। ਉਹਦੇ ਵਿੱਚ ਇਹਨਾਂ ਨੇ ਇੱਕ ਭਾਈ ਈਸ਼ਰ ਸਿੰਘ ਤੋਂ ਜਾਂਚ ਕਰਾਈ, ਉਹ ਜਿਹੜੀ ਉਸੇ ਵਕਤ ਸਾਰੀ ਕੌਮ ਨੇ ਨਕਾਰਤੀ, ਪੰਥਕ ਧਿਰਾਂ ਨੇ, ਸਭ ਨੇ ਨਕਾਰੀ ਨਾ। ਉਹਦੇ ਵਿੱਚ 2 ਵਾਰੀ ਈਸ਼ਰ ਸਿੰਘ ਨੇ ਦਮਗਜਾ ਮਾਰਿਆ ਕਿ ਜੀ ਮੇਰੇ ਨਾਲ ਇਹ ਝੂਠ ਬੋਲਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਆਓ ਕੈਮਰੇ ਦੇ ਸਾਹਮਣੇ, ਇਹ ਨਾਲੇ ਝੂਠਾ ਤੇ ਕੌਣ ਸੱਚਾ, ਤੇ ਇਹ ਸੰਗਤ ਫੈਸਲਾ ਕਰ ਲੂ। ਉਹ ਫਿਰ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ, ਇੱਕ ਹੋਰ ਜਾਂਚ ਸ਼ੁਰੂ ਕਰਨ ਵਾਸਤੇ। ਉਸ ਕਮੇਟੀ ਦੇ ਅੱਗੇ ਵੀ ਇੱਕ ਪਾਰਟ, ਉਹਦੀ ਜਾਂਚ ਤੋਂ ਬਾਅਦ, ਕਿਉਂਕਿ ਈਸ਼ਰ ਸਿੰਘ ਵੀ, ਭਾਵੇਂ ਅਸੀਂ ਇਹ ਸਮਝਦੇ ਹਾਂ ਕਿ ਉਹਨੇ ਪੂਰੀ ਜਾਂਚ ਨਹੀਂ ਕੀਤੀ, ਕੁਛ ਗੱਲਾਂ ਛੱਡ ਗਏ, ਪਰ ਕਿਤੇ ਨਾ ਕਿਤੇ ਈਸ਼ਰ ਸਿੰਘ ਦੀ ਜਾਂਚ ਦੇ ਵਿੱਚੋਂ ਹੀ ਇੰਨਾ ਕੁਛ ਮਿਲ ਰਿਹਾ ਹੈ, ਉਹ ਆਪਣੇ ਆਪ ਸਵਾਲ ਖੜੇ ਕਰਦਾ। ਉਹਨੂੰ ਖਤਮ ਕਰਨ ਵਾਸਤੇ, ਈਸ਼ਰ ਸਿੰਘ ਦੀ ਜਾਂਚ ਨੂੰ ਰੱਦ ਕਰਨ ਵਾਸਤੇ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ। ਤੇ ਉਹਦੇ ਵਿੱਚ ਇੱਕ ਸਾਡੇ ਮੈਂਬਰ ਜਿਹੜੇ ਵਿਰੋਧੀ ਧਿਰ ਦੇ, ਸਰਦਾਰ ਅਮਰੀਕ ਸਿੰਘ ਸ਼ਾਹਪੁਰ ਪਾਏ। ਹੁਣ ਕੱਲ੍ਹ 35 ਨੰਬਰ ਏਜੰਡੇ 'ਤੇ 368 ਨੰਬਰ ਮਤਾ ਇਹਨਾਂ ਨੇ ਪੇਸ਼ ਕੀਤਾ। ਹਾਈ ਕੋਰਟ ਨੇ ਇੱਕ ਬੰਦਾ ਗੁਰਮੁਖ ਸਿੰਘ ਮੁਅੱਤਲ ਕੀਤਾ ਹੈ, ਉਹ ਹਾਈ ਕੋਰਟ ਚਲਿਆ ਗਿਆ। ਹਾਈ ਕੋਰਟ ਨੇ ਆਰਡਰ ਕਰਤੇ ਵੀ ਇਹਦਾ ਨਿਬੇੜੋ ਕੰਮ। ਉਹ ਕੀ ਮਸਲਾ ਸੀ? ਉਹ ਉਹੀ ਮੁਅੱਤਲ ਕੀਤਾ ਸੀ ਵੀ ਜੇ ਪੈਸੇ ਖਾ ਗਿਆ, ਤੇ ਉਹਦੀ ਇਹਨਾਂ ਨੇ ਰਿਟਾਇਰਮੈਂਟ ਰੋਕ ਲਈ, ਉਹਦੇ ਫੰਡ ਰੋਕ ਲਏ। ਉਹ ਹਾਈ ਕੋਰਟ ਚਲਿਆ ਗਿਆ, ਹਾਈ ਕੋਰਟ ਨੇ ਉਹਦੀ ਫੇਵਰ 'ਚ ਆਰਡਰ ਕਰਤਾ। ਹੁਣ ਇਹ ਫਸ ਗਏ। ਹੁਣ ਉਹਨੂੰ ਪਤਾ ਨਹੀਂ 5 ਲੱਖ ਜੁਰਮਾਨਾ ਪਾ ਕੇ ਜੀ ਅਖੀ ਉਹਦਾ ਅਸੀਂ ਨਿਬੇੜਨ ਲੱਗੇ ਹਾਂ। ਮੈਂ ਕਮੇਟੀ ਜੁਰਮਾਨਾ ਉਹਦੇ ਖਿਲਾਫ ਪਾ ਕੇ, ਮਤਲਬ ਤਾਂ ਕਿ ਹਾਈ ਕੋਰਟ ਦਾ ਜਿਹੜਾ ਡੰਡਾ ਚੜ੍ਹ ਗਿਆ ਵੀ ਉਹਨੂੰ, ਉਹ ਤੋਂ ਬਚਣ ਲਈ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਇਹਨੂੰ ਕੇਸ ਨੂੰ ਪੈਂਡਿੰਗ ਕਰੋ। ਦੇਖੋ, ਅਸੀਂ ਨਾ ਮੈਂ ਹਜੇ ਇਹਨੂੰ ਪੂਰਾ ਸਟੱਡੀ ਕੀਤਾ, ਨਾ ਕੌਮ ਨੂੰ ਪਤਾ। ਤੁਸੀਂ ਹਾਈ ਕੋਰਟ ਵਾਲਾ ਪੈਂਡਿੰਗ ਕਰਨਾ ਚਾਹੁੰਦੇ ਜਾਂ ਜਿਹੜੀ ਇਹਨਾਂ ਨੇ ਸਬ ਕਮੇਟੀ ਬਣਾਈ ਸੀ ਉਹਦੇ? ਸਬ ਕਮੇਟੀ ਵਾਲਾ। ਹਾਈ ਕੋਰਟ ਨੂੰ ਕੌਣ ਪੈਂਡਿੰਗ ਕਰ ਦੂਗਾ? ਉਹ ਤਾਂ ਕੋਰਟ ਦਾ ਮਾਮਲਾ। ਹਾਈ ਕੋਰਟ ਦੇ ਆਰਡਰਾਂ 'ਤੇ ਦੇਖੋ, ਜ਼ਰੂਰੀ ਨਹੀਂ ਜੇ ਹਾਈ ਕੋਰਟ ਨੇ ਕਿਹਾ ਹਫ਼ਤੇ 'ਚ ਨਿਬੇੜੋ, ਤਾਂ ਤੁਹਾਡਾ ਵਕੀਲ ਪੇਸ਼ ਹੋ ਕੇ ਤੇ ਪੱਖ ਦੱਸ ਸਕਦਾ ਜੀ ਵੀ ਨਿਬੇੜਾਂਗੇ, ਪਰ ਹਜੇ ਸਾਡੇ ਲਈ ਇਹ ਜ਼ਰੂਰੀ ਹੈ, ਧਾਰਮਿਕ ਸੰਸਥਾ ਦਾ ਮਸਲਾ। ਮੈਨੂੰ ਨਹੀਂ ਲੱਗਦਾ ਕੋਈ ਜੱਜ ਸਾਹਿਬਾਨ ਮਤਲਬ ਉਹਦੇ 'ਤੇ ਫੇਰ ਕੋਈ ਆਰਡਰ ਕਰ ਦੇਵੇ। ਉਹ ਦੇਣਗੇ ਟਾਈਮ, ਤੁਸੀਂ 6 ਮਹੀਨੇ ਦਾ ਲੈ ਲਓ, ਪਰ ਅਸਲ ਵਿੱਚ ਇਹ ਆਪਣੇ ਪਾਪ 'ਤੇ ਪਰਦਾ ਪਾਉਣ ਲਈ ਇਹਨਾਂ ਨੇ ਇੱਕ ਉਹਦੇ ਵਿੱਚ ਮੈਂ ਇਤਰਾਜ਼ ਕੀਤਾ, ਅਤੇ ਮੈਂ ਕਿਹਾ ਲਿਆਓ ਸਬ ਕਮੇਟੀ ਦੀ ਰਿਪੋਰਟ ਦੇ ਦਿਓ। ਅਤੇ ਉਹ ਮੇਰੇ ਸਾਹਮਣੇ ਜਦੋਂ ਸਬ ਕਮੇਟੀ ਦੀ ਰਿਪੋਰਟ ਰੱਖੀ, ਹੁਣ ਸਬ ਕਮੇਟੀ ਦੀ ਰਿਪੋਰਟ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ। ਅਮਰੀਕ ਸਿੰਘ ਸ਼ਾਹਪੁਰ ਸਾਡੇ ਮੈਂਬਰ ਨੇ ਸਾਈਨ ਨਹੀਂ ਕੀਤੇ। ਉਹਦਾ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਠੀਕ ਆ, ਤੁਸੀਂ ਕਹਿਣਾ ਹੀ ਆ ਵੀ ਉਹ ਤਾਂ ਜੀ ਤੁਹਾਡਾ ਸਹੀ, ਵਿਰੋਧੀ ਨੇ ਸਾਈਨ ਕੀ ਕਰਨੇ ਨੇ।
ਹੁਣ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁੜਥੜੀ ਆ ਮੌਕੇ ਦਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪੱਖ ਦੇ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਗਏ ਜਿਹੜੇ ਓਕੇ ਧਾਮੀ ਸਾਹਿਬ ਵੀ ਉਹਦੇ ਵਿੱਚ ਨੇ ਐਜ ਸਕੱਤਰ, ਤੇ ਜੂਨੀਅਰ ਮੀਤ ਪ੍ਰਧਾਨ ਜਿਹੜਾ ਹੈਗਾ ਉਸ ਕਮੇਟੀ ਦੇ ਵਿੱਚ ਆ, ਤੇ ਉਹਦੇ ਸਾਈਨ ਨਹੀਂ ਹੈਗੇ। ਉਹਨਾਂ ਨੇ ਸਾਈਨ ਕਿਉਂ ਮਨਾ ਕੀਤੇ ਕੁਝ? ਇਹ ਤਾਂ ਵੈਸੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪੁੱਛਣ ਵਾਲਾ ਵਿਸ਼ਾ, ਮੈਂ ਵੀ ਉਹਨਾਂ ਨੂੰ ਪੁੱਛੂੰਗਾ ਵੀ ਤੁਸੀਂ ਸਾਈਨ ਕਿਉਂ ਨਹੀਂ ਕੀਤੇ। ਮੈਂ ਇਹਨਾਂ ਨੂੰ ਕਿਹਾ ਵੀ ਇਹ ਰਿਪੋਰਟ ਤਾਂ ਆਪਣੇ ਆਪ ਹੀ ਸ਼ੱਕੀ ਬਣ ਗਈ, ਜਦੋਂ ਤੁਹਾਡੇ ਜੂਨੀਅਰ ਮੀਤ ਪ੍ਰਧਾਨ ਇਹਦੇ ਤੇ ਸਾਈਨ ਨਹੀਂ ਕਰ ਰਹੇ ਤੇ ਤੁਸੀਂ ਅਸੀਂ ਇਹਦੇ ਤੇ ਕਿਵੇਂ ਸਹੀ ਪਾ ਦਈਏ। ਤੋ ਇਸ ਲਈ ਮੈਂ ਆਪਣਾ ਇਤਰਾਜ਼ ਉੱਥੇ ਦਰਜ ਕਰਾ ਦਿੱਤਾ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਤੁਹਾਡੇ 35 ਨੰਬਰ ਏਜੰਡੇ ਨਾਲ। ਪਰ ਹੁਣ ਜਵਾਬ ਤਾਂ ਇਸ ਗੱਲ ਦਾ, ਈਸ਼ਰ ਸਿੰਘ ਹੋਰਾਂ ਵਾਲੀ ਰਿਪੋਰਟ ਤੋਂ ਬਾਅਦ ਤੁਸੀਂ ਜਦੋਂ ਸਬ ਕਮੇਟੀ ਦੀ ਰਿਪੋਰਟ ਬਣਾਈ ਹੈ, ਉਹਦੇ ਸਬ ਕਮੇਟੀ ਦੇ 2 ਮੈਂਬਰ, ਦੇਖੋ ਉੱਥੇ ਕੋਈ ਵਿਰੋਧੀ ਨਹੀਂ ਹੁੰਦਾ, ਇਹ ਕੋਈ ਸਰਕਾਰ ਥੋੜੀ ਹੈ। ਜਦੋਂ ਇੱਕ ਮੈਂਬਰ ਚਾਹੇ ਵਿਚਾਰਕ ਮਤਭੇਦ ਹੋ ਸਕਦੇ ਨੇ, ਜੇ ਗੁਰਮਤ ਦੇ ਝਗੜਾ ਨਹੀਂ ਉੱਥੇ ਹੁੰਦਾ, ਉਸ ਜਦੋਂ ਸਾਰੇ ਹੁਣ 15 ਜਣੇ ਅਸੀਂ ਬੈਠੇ ਹਾਂ ਤਾਂ ਉੱਥੇ ਮੇਰੀ ਕੋਈ ਵੱਖਰੀ ਕੁਰਸੀ ਥੋੜੀ ਲੱਗਦੀ ਹੈ, ਜਾਂ ਕੋਈ ਮੇਰੀ ਵੱਖਰੀ ਆਇਡੈਂਟੀ ਥੋੜੀ ਹੈ। ਐਜ ਏ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸੋ ਉਹ ਮੈਂ ਇਹਨਾਂ ਨੂੰ, ਇੱਕ ਤਾਂ ਉਹ ਸੀ, ਉਸ ਤੋਂ ਇਲਾਵਾ ਕੱਲ ਮੈਂ ਇਹਨਾਂ ਨੂੰ ਇੱਕ ਜਿਹੜਾ ਮੈਮੋਰੈਂਡਮ ਦਿੱਤਾ, ਇੱਕ ਮੈਂ ਹੋਰ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਜਿਹੜਾ ਸਬ ਕਮੇਟੀ ਦਾ ਜਿਹੜਾ ਮਤਾ ਇਹਨਾਂ ਨੇ ਲਿਆਂਦਾ ਸੀ, ਉਹਦੇ ਤੁਸੀਂ ਉਹ ਰਿਪੋਰਟ ਦੇ ਵਿੱਚ ਪੜ੍ਹਿਆ ਕੁਝ ਵੀ ਕੀ ਕੁਛ ਆਇਆ, ਮੇਨ ਗੱਲਾਂ ਉੱਭਰ ਕੇ ਇਹਨਾਂ ਦੇ ਵਿੱਚੋਂ? ਦੇਖੋ ਉਹ ਕਿਉਂਕਿ ਸਮਾਂ ਘੱਟ ਸੀਗਾ, ਐਵੇਂ ਮੈਂ ਕਹਾਂ, ਕਿਉਂਕਿ ਉਧਰਲੇ ਪਾਸੇ ਮੀਟਿੰਗ ਚੱਲ ਰਹੀ ਸੀ ਤੇ ਉਹਦੇ ਵਿੱਚ ਇੱਕ ਗੱਲ ਨਹੀਂ, ਦੇਖੋ ਸਾਨੂੰ ਇਹ ਪਤਾ ਜੋ ਇਹਨਾਂ ਦੀ ਸਬ ਕਮੇਟੀ ਇਹਨਾਂ ਨੇ ਰਿਪੋਰਟ ਤਿਆਰ ਕਰੀ ਹੋਊਗੀ, ਹੁਣ ਉਹ ਇਹਨਾਂ ਨੇ ਆਪਣੇ ਖਿਲਾਫ ਤਾਂ ਕੀਤੀ ਨਹੀਂ ਵੀ ਹੋਊਗੀ। ਜੇ ਹੁਣ ਮੈਂ ਜਾਂਚ ਕਰ ਰਿਹਾ ਆਪਣੇ ਘਰ ਦੀ, ਕਿ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਖਿਲਾਫ ਲਿਖ ਦੂੰਗਾ ਕੁਛ? ਇਸ ਲਈ ਉਹ ਤਾਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ ਸੀ। ਉਹਦੇ ਵਿੱਚ ਪੜ੍ਹਨ ਦੀ ਤਾਂ ਮੈਂ ਤਾਂ ਹੀ ਅੱਗੇ ਜਿਹੜਾ ਜ਼ਹਿਮਤ ਨਹੀਂ ਕੀਤੀ ਜਦੋਂ ਇਹਨਾਂ ਦੇ ਬੰਦਿਆਂ ਨਹੀਂ ਸਾਈਨ ਨਹੀਂ ਕੀਤੇ। ਇਹਦਾ ਮਤਲਬ ਜੇ ਉਹ ਸਾਈਨ ਨਹੀਂ ਕਰ ਰਹੇ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਫਰੈਕਸ਼ਨ ਸੀਗੇ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਮਤਭੇਦ ਸੀਗੇ, ਤੇ ਸਾਈਨ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ? ਤੇ ਇਹ ਅਧੂਰੇ ਸਾਈਨਾਂ ਵਾਲੀ ਰਿਪੋਰਟ ਪੇਸ਼ ਕਰਕੇ ਇਹ ਕਿਉਂ, ਮਤਲਬ ਉਹਨੂੰ ਇਹ ਜੇ ਚਾਹੁੰਦੇ ਨੇ ਕਿ 328 ਸਰੂਪਾਂ ਦਾ ਮਸਲਾ ਜਿਹੜਾ ਇਹ ਸਿੱਖ ਗੱਲ ਹੀ ਨਾ ਕਰਨ, ਭੁੱਲ ਜਾਣ। ਜਿਹੜਾ ਗੱਲ ਕਰਦਾ ਉਹਨੂੰ ਕਹਿੰਦੇ ਨੇ ਜੀ ਇਹ ਕਾਂਗਰਸ ਦਾ ਏਜੰਟ ਹੈ। ਹੁਣ ਮੈਨੂੰ ਲੱਗਦਾ ਕਾਂਗਰਸ ਤੋਂ ਛੱਡ ਕੇ ਹੁਣ ਕਹਿਦਾ ਕਰਨਗੇ ਬੀਜੇਪੀ ਦਾ ਏਜੰਟ ਹੈ, ਉਹਨਾਂ ਨਾਲ ਵਿਗੜ ਗਈ। ਹੁਣ ਕਹਿਦਾ ਕਰਨਗੇ ਸੈਂਟਰ ਦੇ ਹੱਥਾਂ 'ਚ ਖੇਡਦੇ ਨੇ। ਇਸ ਲਈ ਇਹ ਕਿਸੇ ਨੂੰ ਸੈਂਟਰ ਦੇ ਹੱਥਾਂ 'ਚ ਕਹਿ ਦੇਣਾ ਜਾਂ ਕਿਸੇ ਨੂੰ ਕਿਸੇ ਦਾ ਕਹਿ ਦੇਣਾ, ਇਹਦੇ ਨਾਲ ਨਹੀਂ। ਗੱਲ ਤਾਂ ਇਹ ਵੀ ਜਿਹੜਾ ਤੁਹਾਡੇ ਸਾਹਮਣੇ ਆ, ਹੁਣ ਇਹ ਛੋਟੇ ਮੁੱਦੇ ਨੇ। ਮੈਂ ਇਹਨਾਂ ਮੁੱਦਿਆਂ ਦੇ ਉੱਤੇ 2 ਮੀਟਿੰਗਾਂ ਦੇ ਵਿੱਚ ਇਹ ਮੁੱਦੇ ਰੱਖੇ ਨੇ, ਕੱਲ੍ਹ ਤਾਂ ਮੈਂ ਬਕਾਇਦਾ ਦਿੱਤਾ। ਅਤੇ ਤੀਸਰਾ ਇੱਕ ਵੱਡਾ ਜਿਹੜਾ ਮੈਂ ਮਹਿਸੂਸ ਕੀਤਾ, ਤੁਸੀਂ ਜਿਹੜਾ ਇਤਰਾਜ਼ ਜਤਾਇਆ, ਮੈਂ ਅਗਲੀ ਗੱਲ 'ਤੇ ਫਿਰ ਆਉਣਾ। ਮੈਂ ਤੁਹਾਡਾ ਜਿਹੜਾ ਤੁਸੀਂ ਪ੍ਰੈਸ ਨੋਟ ਜਾਰੀ ਕੀਤਾ ਇਹ ਸਾਰਾ ਡਿਟੇਲ 'ਚ ਮੈਂ ਪੜ੍ਹਿਆ ਹੋਇਆ। ਤੁਸੀਂ ਆਪਣਾ ਇਤਰਾਜ਼ ਕਿਸ ਕਿਸਮ ਨਾਲ ਜਾਰੀ ਕੀਤਾ, ਕਿਸ ਕਿਸਮ ਨਾਲ ਦਰਜ ਕਰਵਾਇਆ ਕਮੇਟੀ ਦੇ ਪ੍ਰਬੰਧ ਦੇ ਵਿੱਚ? ਦੇਖੋ ਉੱਥੇ ਏਜੰਡਾ ਹੁੰਦਾ, ਏਜੰਡਿਆਂ ਦੇ ਮਤੇ ਹੁੰਦੇ ਨੇ। ਜਿਸ ਮਤੇ 'ਤੇ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਇਹਦੇ 'ਤੇ ਸਹਿਮਤ ਨਹੀਂ, ਤੁਸੀਂ ਆਪਣਾ ਇਤਰਾਜ਼ ਲਾ ਸਕਦੇ ਹੋ। ਪਰ ਉਹ ਇਤਰਾਜ਼ ਦੀ ਵੈਲਿਊ ਇਹ ਹੈ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਰਹੂਗੀ, ਉੱਥੇ ਲਿਖਿਆ ਹੋਇਆ ਲੇਖ, ਲਿਖੇ ਹੋਏ ਤੁਹਾਡੇ ਅੱਖਰ ਜਿਉਂਦੇ ਰਹਿਣਗੇ। ਇਤਿਹਾਸ ਬਣ ਜਾਏਗਾ। ਕੱਲ੍ਹ ਨੂੰ ਕੋਈ ਇਨ ਕੇਸ ਕੋਈ ਕੋਰਟ ਦਾ ਮੈਟਰ ਵੀ ਹੋ ਜਾਵੇ ਤਾਂ ਵੀ ਉੱਥੇ ਮਤਲਬ ਇਹ ਹੁੰਦਾ ਕਿ ਇੱਕ ਮੈਂਬਰ ਦਾ ਜਿਹੜੇ ਇਹ ਸਾਈਨ ਸੀ। ਆਪਾਂ ਇਹ ਗੁਰੂ ਘਰ ਆ, ਗੁਰੂ ਘਰ ਦੇ ਵਿੱਚ ਅੱਜ ਦੇਖੀਏ ਕਿ ਜੇ ਲੱਖਾਂ ਬੰਦੇ ਇੱਕ ਪਾਸੇ ਸੀਗੇ ਤੇ ਇੱਕ ਨੇ ਵੀ ਆਵਾਜ਼ ਜਿਹੜੀ ਆ ਦੂਸਰੀ ਕੱਢ ਦਿੱਤੀ, ਤਾਂ ਇਤਿਹਾਸ ਦੇ ਪੰਨਿਆਂ 'ਤੇ ਵੀ ਅੱਜ ਵੀ ਤਵਾਰੀਖਾਂ ਦੇ ਵਿੱਚ ਜਿਹੜਾ ਪੁੱਠੀ ਦੂਜੇ ਪਾਸੇ ਆਵਾਜ਼ ਕੱਢਣ ਵਾਲਾ ਉਹ ਜ਼ਿਆਦਾ ਪੜ੍ਹ ਹੁੰਦਾ। ਇਹ ਕੁਦਰਤ ਦਾ ਇੱਕ ਵਿਧਾਨ ਆ, ਪਰਮਾਤਮਾ ਦਾ ਵਿਧਾਨ ਆ। ਸੋ ਉਹਦੇ 'ਤੇ ਇਤਰਾਜ਼ ਹੁੰਦਾ, ਉਹਦੇ 'ਤੇ ਨੋਟ ਦਿੱਤਾ ਜਾਂਦਾ। ਅਗਲੀ ਗੱਲ ਮੈਂ ਪੁੱਛਦਾ ਵੀ ਇੱਕ ਤੁਸੀਂ ਇਤਰਾਜ਼ ਜਤਾਇਆ ਸੀ ਕੜਾਹ ਪ੍ਰਸ਼ਾਦ ਦੀ, ਜਿਹੜਾ ਹੁੰਦਾ ਵੀ ਜਿਵੇਂ ਕੋਈ ਪੈਸੇ ਵੱਧ ਦੇ ਦਿੰਦਾ, ਕੋਈ ਛੋਟੇ ਵੀ ਹੁੰਦੇ ਵੀ ਕੋਈ 11 ਰੁਪਏ ਦਾ ਵੀ ਚੜਾਤਾ ਕਿਸੇ ਨੇ, ਕੋਈ 101, ਕੋਈ 1000, ਜਿੰਨੀ ਵੀ ਕਿਸੇ ਦੀ ਸ਼ਰਧਾ ਹੈ ਨਾ। ਲੇਕਿਨ ਅਕਸਰ ਦੇਖਿਆ ਜਾਂਦਾ ਵੀ ਉਹ ਫਿਰ ਭਾਂਡਾ ਵੀ ਬਦਲ ਦਿੰਦੇ ਨੇ, ਕਿਸੇ ਨੂੰ ਜਿਹੜੇ ਪੱਤਿਆਂ ਦੇ ਹੁੰਦੇ ਆ ਕੌਲੀਆਂ ਜੀ ਉਹਦੇ 'ਚ ਦੇ ਦਿੰਦੇ ਨੇ। ਤਾਂ ਇਹ ਗੱਲ ਵੈਸੇ ਸੋਚਣ ਵਾਲੀ ਹੈ ਵੀ ਇੱਕ ਪਹਿਲਾਂ ਕਿਸੇ ਨੇ ਹਾਲਾਂਕਿ ਮੁੱਦਾ ਇਹ ਉਠਾਇਆ ਨਹੀਂ, ਇਹ ਪਹਿਲੀ ਵਾਰ ਮੇਰੀ ਜਿੱਥੋਂ ਤੱਕ ਜਾਣਕਾਰੀ ਪਹਿਲੀ ਵਾਰ ਉਠਾਇਆ ਗਿਆ ਇਸ਼ੂ। ਤਾਂ ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਵੀ ਇਹ ਗੱਲ ਸਹੀ ਆ ਜਾਂ ਗਲਤ ਆ? ਜਿੱਥੇ ਤੱਕ ਤੁਸੀਂ ਕਿਹਾ ਵੀ ਪਹਿਲੀ ਵਾਰ ਉਠਾਇਆ, ਦੇਖੋ ਫਿਰ ਮੈਨੂੰ ਗੁਰਮਤ ਪੜ੍ਹਨ ਦਾ ਅਤੇ ਜਿਹੜੇ ਤਕਰੀਬਨ ਗ੍ਰੰਥ ਪੜ੍ਹੇ, ਅੱਧੀਆਂ ਰਾਤਾਂ ਲਾ ਕੇ ਗੁਰਬਾਣੀ ਦੇ ਅਰਥ ਪੜ੍ਹੇ, ਇਤਿਹਾਸ ਪੜ੍ਹਿਆ, ਫਿਰ ਉਹ ਕੋਈ ਫਾਇਦਾ ਨਹੀਂ। ਮੈਨੂੰ ਲੱਗਦਾ ਕਿ ਜੇ ਮੈਂ ਐਗਜ਼ੈਕਟਿਵ ਦੇ ਵਿੱਚ ਗਿਆ ਤਾਂ ਮੈਂ ਅਜਿਹੀ ਚੀਜ਼ ਸਾਹਮਣੇ ਰੱਖਾਂ ਕੌਮ ਦੇ, ਸ਼੍ਰੋਮਣੀ ਕਮੇਟੀ ਦੇ, ਕਿ ਇਹ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਹਰਚਰਨ ਸਿੰਘ ਧਾਮੀ ਹੋਰੀ ਜਾਂ ਬਡੂੰਗਰ ਸਾਹਿਬ, ਬੀਬੀ ਜਗੀਰ ਕੌਰ, ਪਤਾ ਨਹੀਂ ਇਹ ਕਦੋਂ ਕਦਾ ਸ਼ੁਰੂ ਕੀਤਾ ਹੋਇਆ ਮਾਜਰਾ। ਇਹ ਤਾਂ 100 ਸਾਲ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਬਣੀ ਨਹੀਂ ਹੋਗੀ। ਹੁਣ ਇਹ ਨਹੀਂ ਪਤਾ ਵੀ ਇਹ ਕਿਹਦੀ ਸਕੀਮ ਸੀ, ਕਿਹੜੇ ਸੰਨ ਦੇ ਵਿੱਚ, ਅੱਜ ਤੋਂ 50 ਸਾਲ ਪਹਿਲਾਂ ਇਹ ਕੱਢੀ
30 ਸਾਲ ਪਹਿਲਾਂ ਕੱਢੀ। ਮੈਂ ਸਮਝਦਾ ਕਿ ਸ਼ਹੀਦਾਂ ਦੀ ਬੜੀ ਕਿਰਪਾ ਹੋਈ, ਔਰ ਇਸ ਗੱਲ ਦੇ ਉੱਤੇ ਮੈਨੂੰ ਜੋ ਟੈਲੀਫੋਨ ਸਾਡੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਜਿਹੜੇ ਮੇਰੇ ਸਾਥੀ ਨੇ, ਸਰਦਾਰ ਸਰਬੰਸ ਸਿੰਘ ਮਾਨਕੀ ਵਰਗੇ, ਉਹਨਾਂ ਨੇ ਇਹ ਕਿਹਾ ਕਿ ਸਾਡੀ ਲੜੀ ਹੋਈ ਲੜਾਈ, ਜਿਨ੍ਹਾਂ ਨੇ ਮਤਲਬ ਲੜਾਈ ਲੜ ਕੇ ਮੈਨੂੰ ਉੱਥੇ ਪਹੁੰਚਾਇਆ, ਵੀ ਸਫਲ ਹੋ ਗਈ। ਉਹ ਆਪਣੇ ਆਪ ਨੂੰ ਇਹ ਸਮਝਦੇ ਨੇ। ਤੁਸੀਂ ਨਾ ਇਹ ਮੁੱਦੇ ਨੂੰ ਥੋੜਾ ਜਿਹਾ ਸਟੈਬਲਿਸ਼ ਕਰ ਦਿਓ ਵੀ ਅਸਲ 'ਚ ਹੈ ਕੀ ਹੈ, ਕਹਾਣੀ ਕੀ ਹੈ। ਕਹਾਣੀ ਇਹ ਆ ਕਿ ਦੇਖੋ, ਤੁਸੀਂ ਜਾਓ, ਤੁਸੀਂ ਦੋ ਜਣੇ ਚੱਲ ਜਾਓ, ਤੁਸੀਂ ਉੱਥੇ ਜਾ ਕੇ ਕਹੋ ਵੀ ਮੈਂ 10 ਰੁਪਏ ਦੀ ਜਾਂ 50 ਰੁਪਏ ਦੀ ਦੇਗ ਕਰਾਉਣੀ ਆ, ਅਤੇ ਦੂਜਾ ਬੰਦਾ ਜਾ ਕੇ ਕਹੇ ਜੀ ਮੈਂ 500 ਦੀ ਦੇਗ ਕਰਾਉਣੀ ਆ, ਅਤੇ ਤੁਹਾਨੂੰ ਭਾਂਡੇ ਵੱਖੋ ਵੱਖ ਮਿਲਣਗੇ। 500 ਵਾਲੇ ਦੇ ਵਿੱਚ ਜ਼ਿਆਦਾ ਦੇਗ ਹੋਊਗੀ, ਭਾਂਡਾ ਵੱਡਾ ਹੋਊਗਾ, ਅਤੇ ਜਿਹਨੇ ਛੋਟੇ ਪੈਸੇ ਦਿੱਤੇ ਨੇ ਅਤੇ ਉਹਨੂੰ ਥੋੜ੍ਹੀ ਦੇਗ ਮਿਲੂਗੀ। ਹੁਣ ਮੈਨੂੰ ਇਹ ਦੱਸੋ ਕਿ ਦੇਗ ਦੇਣ ਵਾਲੇ ਕੋਲ, ਜਿਹਨੇ ਭਾਂਡੇ 'ਚ ਪਾ ਕੇ ਦਿੱਤੀ ਆ, ਉਹਦੇ ਕੋਲ ਕੀ ਇਹੋ ਜਿਹਾ ਪੈਮਾਨਾ ਜਿਹੜਾ ਉਹ ਇਹ ਨਾਪ ਰਿਹਾ ਕਿ 500 ਵਾਲੇ ਦੀ ਸ਼ਰਧਾ ਜ਼ਿਆਦਾ ਆ ਅਤੇ ਥੋੜ੍ਹੇ ਪੈਸੇ ਵਾਲੇ ਦੀ ਘੱਟ ਆ। ਹੋ ਸਕਦਾ ਗੁਰੂ ਜਾਣਦਾ ਹੋਵੇ ਕਿ ਜਿਹਨੇ ਘੱਟ ਪੈਸਿਆਂ ਦੀ ਦੇਗ ਕਰਾਈ ਆ, ਉਹਦੇ ਕੋਲ ਗਰੀਬੀ ਹੋ ਸਕਦੀ ਆ, ਉਹਦੇ ਕੋਲ ਇਹ ਮਾਇਆ ਨਹੀਂ ਹੋ ਸਕਦੀ ਉਨੀ, ਪਰ ਉਹਦੀ ਸ਼ਰਧਾ ਦਾ ਕੋਈ ਅੰਤ ਨਹੀਂ। ਹਾਂਜੀ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੇ ਉੱਤੇ ਇੱਥੇ ਤੇ ਉਹ ਨਵਾਜ਼ਾਂ ਰਹੀਆਂ ਕਿ 52 ਕਵੀ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿੰਦੇ ਸੀ, ਅਤੇ ਇੱਕ ਗਰੀਬੀ ਦਾ ਸਤਾਇਆ ਸਿੱਖ, ਉਹਦੇ ਘਰ ਵਾਲੀ ਕਹਿੰਦੀ ਕਿ ਤੂੰ ਗੁਰੂ ਕੋਲ ਮੰਗ ਲਾ ਜਾ ਕੇ। ਉਹ ਕਹਿੰਦਾ ਨਹੀਂ, ਗੁਰੂ ਕਹਿੰਦਾ ਕਿਰਤ ਕਰਕੇ ਖਾਓ, ਮੰਗ ਕੇ ਨਹੀਂ ਖਾਣਾ। ਬਹੁਤ ਵੱਡੀ ਗੱਲ। ਅਤੇ ਉਹ ਕਹਿੰਦੀ ਗੁਰੂ ਕਵੀਆਂ ਨੂੰ ਲੱਖ ਲੱਖ ਰੁਪਈਆ ਇਨਾਮ ਦੇ ਦਿੰਦਾ ਇੱਕ ਕਵਿਤਾ ਸੁਣ ਕੇ। ਕਹਿੰਦਾ ਹਾਂ, ਇਹ ਗੱਲ ਠੀਕ ਆ ਵੀ ਮੈਂ ਇਨਾਮ ਲਊਂਗਾ, ਕਵਿਤਾ ਸੁਣਾਊਂਗਾ ਗੁਰੂ ਸਾਹਿਬ ਨੂੰ। ਅਤੇ ਉਹ ਦਸਮ ਪਾਤਸ਼ਾਹ ਦੇ ਸਾਹਮਣੇ ਜਾ ਕੇ ਖੜ੍ਹ ਗਿਆ, ਅਤੇ ਕਵੀਆਂ ਤੋਂ ਪਹਿਲਾਂ ਪਹੁੰਚ ਗਿਆ, ਕਵੀਆਂ ਵਾਲੀਆਂ ਜਗ੍ਹਾ 'ਤੇ ਪਹੁੰਚ ਗਿਆ, ਅਤੇ ਦਸਮ ਪਾਤਸ਼ਾਹ ਜਾਣੀ ਜਾਣ ਮਹਾਰਾਜ ਸਾਹਿਬ ਨੇ ਕਹਿੰਦੇ ਭਾਈ ਤੂੰ ਕਵੀ ਆ? ਕਹਿੰਦਾ ਨਹੀਂ ਮਹਾਰਾਜ, ਕਵੀ ਨਹੀਂ। ਕਹਿੰਦੇ ਫਿਰ ਇਹ ਕਵੀਆਂ ਦਾ ਅਸਥਾਨ ਆ ਜਿੱਥੇ ਤੂੰ ਬਹਿ ਗਿਆ। ਕਹਿੰਦਾ ਮਹਾਰਾਜ ਕਵਿਤਾ ਸੁਣਾਉਣੀ ਆ। ਕਹਿੰਦੇ ਕਵੀ ਤੂੰ ਹੈ ਨਹੀਂ, ਕਵਿਤਾ ਤੂੰ ਸੁਣਾਉਣੀ ਆ, ਚੱਲ ਉੱਠ ਪਹਿਲਾਂ ਅੱਜ ਤੂੰ ਹੀ ਸੁਣਾ। ਸਾਰੇ ਕਵੀ ਬੈਠੇ ਸੀ, ਮਹਾਰਾਜ ਦੇ ਸਾਹਮਣੇ ਖੜ੍ਹ ਗਿਆ, ਦੇਖੀ ਗਿਆ। ਅਤੇ ਮਹਾਰਾਜ ਕਹਿੰਦੇ ਹੁਣ ਦੇਖੀ ਜਾਏਗਾ ਕਿ ਕੁਛ ਬੋਲੇਗਾ ਵੀ? ਕਹਿੰਦਾ ਮਹਾਰਾਜ ਗਰੀਬ ਕੋ ਨਵਾਜ ਮੈਂ ਗਰੀਬ ਤੇਰੋ, ਗਰੀਬ ਕੋ ਨਵਾਜ ਮੈਂ ਗਰੀਬ ਤੇਰੋ। ਇੱਕ ਵਾਰ, 2 ਵਾਰ, 3 ਵਾਰ, 4 ਵਾਰ, ਬਾਰ ਕਹੀ ਗਿਆ। ਕਹਿੰਦਾ ਨਾਲੇ ਹਿਰਦੇ 'ਚੋਂ ਬਰਾਗ ਦੇ ਨਾਲ ਭਰ ਗਿਆ, ਅੱਖਾਂ 'ਚੋਂ ਹੰਝੂ ਆਉਣ ਲੱਗ ਗਏ। ਦਸਮ ਪਾਤਸ਼ਾਹ ਕਹਿਣ ਲੱਗੇ ਹੁਣ ਇੱਥੇ ਹੀ ਖੜੇਗਾ ਕਿ ਇਸ ਤੋਂ ਅੱਗੇ ਵੀ ਕੁਛ ਬੋਲੇਗਾ? ਕਹਿੰਦਾ ਗਰੀਬ ਕੋ ਨਵਾਜ ਮੈਂ ਗਰੀਬ ਤੇਰੋ, ਇਤਨਾ ਤੋਂ ਕਹਿ ਦੋ ਦਾਤਾ ਕਿ ਮੈਂ ਗਰੀਬ ਤੇਰੋ। ਦਸਮ ਪਾਤਸ਼ਾਹ ਨੇ ਉੱਠ ਕੇ ਉਹਨੂੰ ਕੁੱਟ ਕੇ ਜੱਫੀ ਪਾਈ। ਇਤਿਹਾਸ ਇਹ ਕਹਿੰਦਾ ਸਿੱਖਾ ਮੰਗ ਲਾ ਜੋ ਕੁਝ ਚਾਹੀਦਾ, ਅੱਜ ਸਾਰੇ ਕਵੀਆਂ ਨੂੰ ਤੂੰ ਮਾਤ ਪਾ ਗਿਆ। ਉੱਥੇ ਸੰਸਕ੍ਰਿਤ ਦੇ, ਉੱਥੇ ਫਾਰਸੀ ਦੇ ਭਾਈ ਨੰਦ ਲਾਲ ਜੀ ਵਰਗੇ ਕਵੀਆਂ ਤੋਂ ਇੱਕ ਤੁਕ ਕਿਉਂ? ਮਹਾਰਾਜ ਕਹਿੰਦੇ ਅਸਲ ਵਿੱਚ ਤੇਰੀ ਕਵਿਤਾ ਦੇ ਵਿੱਚੋਂ ਜੋ ਪਿਆਰ, ਜੋ ਸਤਿਕਾਰ ਮੇਰੇ ਨੂੰ ਨਿਕਲਿਆ, ਇਹ ਗੁਰੂ ਕਰਤਾ ਉਹਨਾਂ ਦਾ। ਇਹ ਗੁਰੂ ਨਾਨਕ ਨੇ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਗਰੀਬ ਨੂੰ ਜੇ ਨਵਾਜਿਆ। ਸੋ ਮੇਰਾ ਇਹ ਕਹਿਣ ਦਾ ਮਤਲਬ ਆ ਕਿ ਭਾਵੇਂ ਕੋਈ ਉੱਥੇ 50,000 ਦੇ ਦੇਵੇ ਦੇਗ ਵਾਸਤੇ, ਭਾਵੇਂ ਕੋਈ ਦੇਵੇ 50 ਰੁਪਈਏ, ਪਰ ਜਿਹੜੀ ਦੇਗ ਅਗਲਾ ਲੈ ਕੇ ਜਾਵੇ, ਕਿਸੇ ਗਰੀਬ ਨੂੰ ਇਹ ਨਾ ਲੱਗੇ ਕਿ ਮੇਰੇ ਕੋਲ ਸਮਰੱਥਾ ਥੋੜ੍ਹੀ ਆ, ਕਿ ਜੇ ਮੇਰੇ ਕੋਲ ਸਮਰੱਥਾ ਹੁੰਦੀ ਮੈਂ ਵੀ ਇਹ ਕਰਦਾ। ਆਮ ਆਪਾਂ ਦੇਖਦੇ ਹਾਂ ਜਦੋਂ ਵੀ ਕੋਈ ਵੱਡਾ ਬੰਦਾ ਕੰਮ ਕਰਦਾ ਤਾਂ ਜਿਹੜਾ ਛੋਟਾ ਹੁੰਦਾ ਉਹਦੇ ਮਨ 'ਚ ਭਾਵਨਾ ਹੁੰਦੀ ਹੈ ਕਿ ਮੈਂ ਵੀ ਕਰਾਂ, ਪਰ ਮੇਰੇ ਕੋਲ ਇਹ ਸਮਰੱਥਾ ਨਹੀਂ। ਇਹ ਉਹਨੂੰ ਅਹਿਸਾਸ ਗੁਰੂ ਘਰ 'ਚ ਨਹੀਂ ਹੋਣਾ ਚਾਹੀਦਾ। ਗੁਰੂ ਘਰ 'ਚ ਉਹਨੂੰ ਇਹਨਾ ਚਾਹੀਦਾ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਨੇ ਤਾਂ ਆਪਣੇ ਪੁੱਤਰਾਂ ਅਤੇ ਭਾਈਆਂ ਨੂੰ ਮਤਲਬ ਇੱਕੋ ਜਿਹਾ ਰੁਤਬਾ ਦਿੱਤਾ। ਸੋ ਇਹ ਮਾਮਲਾ ਜਿਹੜਾ ਮੈਂ ਪਹਿਲੀ ਵਾਰ ਲੈ ਕੇ ਆਇਆ, ਔਰ ਇਹਦੇ 'ਤੇ ਮੈਂ ਜੱਦੋ ਜਹਿਦ ਵੀ ਕਰੂੰਗਾ, ਵਾਰ ਇਸ ਮਸਲੇ ਨੂੰ ਉਠਾਊਂਗਾ, ਪ੍ਰੈਸ ਦੇ ਮਾਧਿਅਮ ਰਾਹੀਂ ਵੀ ਉਠਾਊਂਗਾ, ਤੋਂ ਲਿਖਤੀ ਰੂਪ ਦੇ ਵਿੱਚ ਵੀ ਉਠਾਊਂਗਾ। ਪਰ ਮੈਨੂੰ ਇਹ ਲੱਗਦਾ ਕਿ ਇਹ ਸਮੱਸਿਆ ਨਹੀਂ ਹੋਣੀ ਚਾਹੀਦੀ। ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰੀ, ਮੈਨੂੰ ਲੱਗਦਾ ਕਿ ਜਿੰਨੀ ਕਿ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਅਤੇ ਕਾਫੀ ਉਹਨਾਂ ਨੇ ਪੋਜ਼ੀਟਿਵਲੀ ਜਿਹੜਾ ਰਿਸਪੌਂਸ ਦਿੱਤਾ। ਕੱਲ੍ਹ ਇਸ ਮਸਲੇ 'ਤੇ ਕੋਈ ਹੋਈ ਤੁਹਾਡੇ ਨਾਲ ਗੱਲਬਾਤ? ਨਹੀਂ, ਕੱਲ੍ਹ ਦੇਖੋ ਮੈਂ ਮੈਮੋਰੰਡਮ ਹੀ ਪੇਸ਼ ਕੀਤਾ, ਕਿਉਂਕਿ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਅੱਜ ਹੀ ਉਹਨਾਂ ਨੂੰ ਮੈਮੋਰੰਡਮ ਦੇਤਾ ਅਤੇ ਤੁਸੀਂ ਕਹੋ ਵੀ ਅੱਜ ਹੀ ਇਹਨੂੰ ਲਾਗੂ ਕਰ ਦਿਓ। ਕੱਲ੍ਹ ਤਾਂ ਮੈਂ ਉਹਨਾਂ ਨੂੰ ਦੇਤਾ, ਹੁਣ ਪੜ੍ਹ ਲੈਣਗੇ। ਅਗਲੀ ਮੀਟਿੰਗ ਦੇ ਵਿੱਚ ਫਿਰ ਜਦੋਂ ਮੀਟਿੰਗ ਸ਼ੁਰੂ ਹੋਊਗੀ ਅਤੇ ਫਿਰ ਮੈਂ ਉਹਨਾਂ ਨੂੰ ਪੁੱਛੂੰਗਾ ਵੀ ਤੁਸੀਂ ਇਹਦੇ ਉੱਤੇ ਕੀ ਕਰਨਾ ਚਾਹੁੰਦੇ ਹੋ। ਨਹੀਂ ਕਰਨਾ ਚਾਹੁੰਦੇ ਤਾਂ ਜਵਾਬ ਦੇ ਦਿਓ, ਕਰਨਾ ਚਾਹੁੰਦੇ ਹੋ ਤਾਂ ਦੱਸੋ ਕੀ ਕਰ ਰਹੇ ਹੋ। ਵੈਸੇ ਗੱਲ ਤੁਹਾਡੀ ਬਿਲਕੁਲ ਵਾਜਬ ਆ ਵੀ ਜਿਵੇਂ ਅਕਬਰ ਬਾਦਸ਼ਾਹ ਵੀ ਆਏ ਸੀ ਗੁਰੂ ਦੇ ਦਰਬਾਰ 'ਚ, ਤਾਂ ਉਹ ਬਰਾਬਰ ਸੀ ਸਿੱਖਾਂ ਦੇ ਬਰਾਬਰ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਉਹਨੇ ਰਾਜਾ ਆ ਗਿਆ ਅਤੇ ਮੈਂ ਇਹਨਾਂ ਨੂੰ ਕੋਈ ਵੱਖਰਾ ਟਰੀਟਮੈਂਟ ਕਰਾਂ। ਇੱਕ ਗੱਲ ਹੋਰ ਤੁਸੀਂ ਆਪਣੇ ਉਹਦੇ ਵਿੱਚ ਚੱਕੀ ਹੋਈ ਆ ਵੀ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ, ਅਤੇ ਉੱਧਰੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਉਹ ਸੇਮ ਜਥੇਦਾਰ ਨੇ, ਤਾਂ ਇਹ ਕੀ ਮਸਲਾ ਅਤੇ ਇਹ ਮਸਲਾ ਕਿਉਂ ਲਟਕਾਇਆ ਗਿਆ ਵੀ ਜਥੇਦਾਰ ਸਾਹਿਬ ਵੀ ਸਥਾਪਿਤ ਨਹੀਂ ਕੀਤੇ ਜਾ ਰਹੇ ਪ੍ਰੋਪਰ ਕਮੇਟੀ ਵੱਲੋਂ? ਦੇਖੋ,
ਜੇ ਫਤਿਹਗੜ੍ਹ ਸਾਹਿਬ ਦਾ ਡੀਸੀ ਛੁੱਟੀ ਤੇ ਚੱਲ ਜਾਵੇ, ਆਪਾਂ ਦੇਖਿਆ ਕਈ ਵਾਰੀ ਰੋਪੜ ਵਾਲੇ ਨੂੰ ਚਾਰਜ ਦੇ ਦਿੰਦੇ ਨੇ, ਐਡੀਸ਼ਨਲ ਚਾਰਜ ਮਿਲ ਜਾਂਦਾ। ਪਰ ਉਹ 2 ਸਾਲ ਲਈ ਥੋੜ੍ਹੀ ਹੁੰਦਾ ਵੀ ਜਿੰਨੀ ਦੇਰ ਤੱਕ ਉਹ ਵਾਪਸੇ ਨਾ ਆਵੇ, ਉਹ ਹੁੰਦਾ 15 ਦਿਨ ਲਈ, 10 ਦਿਨ ਲਈ। ਹੁਣ ਦੇਖੋ, ਪਹਿਲੀ ਤਾਂ ਗੱਲ ਇੱਥੋਂ ਹੀ ਤੁਹਾਨੂੰ ਜਿਹੜੀ ਸਰਕਾਰੀਕਰਨ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਸਰਕਾਰੀਕਰਨ ਨਹੀਂ ਹੈਗਾ, ਇੱਕ ਧਾਰਮਿਕ ਪੋਸਟ ਆ। ਜੇ ਤੁਹਾਡੇ ਜਥੇਦਾਰ ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਸਾਡਾ ਇਹ ਮੰਨਣਾ ਕਿ ਜਿਹਨੂੰ ਵੀ ਲਾਉਣਾ ਨਾ, ਉਸ ਵਿਚਾਰੇ ਨੇ ਵੀ ਉਹੀ ਕੁਛ ਕਰਨਾ, ਉੱਦਾਂ ਹੀ ਪਾਣੀ ਭਰਨਾ ਤੁਹਾਡਾ ਜਿਵੇਂ ਦੂਜੇ ਭਰਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਇਹੋ ਜਿਹਾ ਲੱਗ ਜਾਣਾ ਵੀ ਜਿਹਨੇ ਕੌਮ ਦੀ ਕਾਇਆ ਪਲਟ ਦੇਣੀ ਆ, ਪਰ ਇੱਕ ਸਾਡੀ ਪਰੰਪਰਾ, ਉਹ ਪਰੰਪਰਾ ਨੂੰ ਕਿਉਂ ਲੰਗੜੀ ਕੀਤਾ ਹੋਇਆ? ਅਤੇ ਕੀ ਇੰਨੇ ਗੁਰੂ ਘਰਾਂ ਦੇ ਵਿੱਚ ਤੁਹਾਡੇ ਕੋਲ ਕਾਬਲ ਗ੍ਰੰਥੀ ਸਿੰਘ ਨੇ, ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਨੇ, ਤਾਂ ਕਿਸੇ ਇੱਕ ਨੂੰ ਜ਼ਿੰਮੇਵਾਰੀ ਦੇ ਦਿਓ। ਹੁਣ ਦੇਖੋ, ਜਥੇਦਾਰ ਨੇ ਉਹ ਬਣਾਏ ਹੋਏ ਤੁਹਾਡੇ ਦਮਦਮਾ ਸਾਹਿਬ ਦੇ, ਅਕਾਲ ਤਖਤ 'ਤੇ ਤੁਸੀਂ ਕਾਰਜਕਾਰੀ ਲਾ ਲਿਓ, ਅਤੇ ਇਹ ਕੀ, ਇਹ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਕੀ ਤਮਾਸ਼ਾ ਬਣਿਆ ਹੋਇਆ। ਪੱਕੇ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਹੈਗੇ ਨੇ ਦਮਦਮਾ ਸਾਹਿਬ ਦੇ ਜਥੇਦਾਰ, ਅਤੇ ਅਕਾਲ ਤਖਤ ਸਾਹਿਬ 'ਤੇ ਉਹ ਕਾਰਜਕਾਰੀ ਜਥੇਦਾਰ ਨੇ, ਐਡੀਸ਼ਨਲ ਚਾਰਜ ਮਿਲਿਆ ਹੋਇਆ ਉਹਨਾਂ ਨੂੰ। ਹਾਂ, ਹੁਣ ਤੁਸੀਂ ਦੇਖਿਆ ਕਦੇ ਪ੍ਰੈਸ 'ਚ ਉਹਨਾਂ ਨੂੰ ਕਹਿੰਦਾ ਕੋਈ ਦਮਦਮਾ ਸਾਹਿਬ ਦਾ ਜਥੇਦਾਰ? ਕਦੇ ਪ੍ਰੈਸ ਜਾਂ ਜਿੰਨੇ ਵੀ ਸੰਬੋਧਨ ਕਰਦੇ ਨੇ ਜਾਂ ਜਿੰਨੇ ਵੀ ਉਹਨਾਂ ਨੂੰ ਲਕਬ ਦਿੱਤੇ ਜਾਂਦੇ ਨੇ, ਕੋਈ ਕਹਿੰਦਾ ਵੀ ਦਮਦਮਾ ਸਾਹਿਬ ਦੇ ਜਥੇਦਾਰ ਨੇ? ਕੀ ਤੁਸੀਂ ਦਮਦਮਾ ਸਾਹਿਬ ਦੇ ਤਖਤ ਨੂੰ ਕਿਸ ਹੈਸੀਅਤ ਦੇ ਵਿੱਚ ਦੇਖ ਰਹੇ ਹੋ? ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਭਾਈ ਲਾਉਣਾ ਤਾਂ ਤੁਸੀਂ ਆਪਣਾ ਹੀ ਆ, ਕੋਈ ਗ੍ਰੰਥੀ ਸਿੰਘ ਜਾਂ ਕੋਈ ਪੰਥਕ ਸ਼ਖਸੀਅਤ ਜਿਹੜੀ ਤੁਹਾਨੂੰ ਫਿੱਟ ਹੈ, ਜਿਹੜੀ ਤੁਹਾਨੂੰ ਫਿੱਟ ਹੈ। ਸਾਨੂੰ ਫਿੱਟ ਦਾ ਤਾਂ ਕੋਈ ਮਤਲਬ ਨਹੀਂ, ਕੌਮ ਨੂੰ ਫਿੱਟ ਦਾ ਕੋਈ ਮਤਲਬ ਨਹੀਂ, ਜਿਹੜੀ ਤੁਹਾਨੂੰ ਫਿੱਟ, ਕਮ ਸੇ ਕਮ ਇੱਕ ਸ੍ਰੀ ਸਾਹਿਬ ਫੜ ਕੇ ਅਤੇ ਆਪਣਾ ਉਹ ਤੀਸਰਾ ਸਿੰਘ ਵੀ ਜਿਹੜਾ ਪੰਜਾਬ ਦੇ 3 ਤਖਤ ਨੇ ਉੱਥੋਂ ਨਾਲ ਜਿਹੜਾ ਹੈ ਮਤਲਬ ਖੜ੍ਹ ਜਾਵੇ। ਸੋ ਇਹ ਕਿੱਡੀ, ਇਹਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਵਿਦੇਸ਼ਾਂ ਤੋਂ ਵੀ ਬੜੇ ਟੈਲੀਫੋਨ ਆਉਂਦੇ ਸੀ ਕਈ ਪ੍ਰਚਾਰਕਾਂ ਦੇ, ਉਹ ਮੈਨੂੰ ਕਹਿੰਦੇ ਸੀ ਤੁਸੀਂ ਇਹ, ਉਹ ਮੈਂ ਉਦੋਂ ਕਹਿੰਦਾ ਸੀ ਵੀ ਛੱਡੋ, ਮੈਂ ਹੁਣ ਕੀ ਇੰਨੀ ਉਹਦੇ 'ਤੇ, ਪਰ ਫਿਰ ਮੈਨੂੰ ਲੱਗਾ ਕਿ ਨਹੀਂ, ਹੁਣ ਮੇਰਾ ਇਹਦੇ 'ਤੇ ਬੋਲਣਾ ਜਿਹੜਾ ਉਹ ਬਣਦਾ। ਸੋ ਇਹ ਵੀ ਇੱਕ ਮੈਂ ਰੱਖਿਆ ਪੁਆਇੰਟ। ਇੱਕ ਬਾਬਾ ਜੀ ਹੋਰ ਬੜੀ ਵੱਡੀ ਗੱਲ ਆ ਕਿ ਜਿਵੇਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ, ਹੁਣ ਦੁਨਿਆਵੀ ਅਦਾਲਤਾਂ, ਚਲੋ ਉਹਨਾਂ ਦੇ ਕੀ ਸਿਸਟਮ ਨਾਲ ਕੀ ਨਹੀਂ, ਆਪਾਂ ਉੱਧਰ ਨਹੀਂ ਜਾਂਦੇ। ਹਾਲਾਂਕਿ ਕਈ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ ਨੇ ਮੋਦੀ ਦੇ ਸਾਹਮਣੇ ਰੋਇਆ ਵੀ ਸੀ, ਉਹ ਵੀ ਸਾਡੇ ਕੋਲ ਜੱਜਾਂ ਦੀ ਕਮੀ ਹੈ, ਸਟਾਫ ਦੀ ਕਮੀ ਹੈ, ਜਿਹਦੇ ਕਰਕੇ ਸਾਡੇ 'ਤੇ ਜ਼ਿਆਦਾ ਪ੍ਰੈਸ਼ਰ ਆ, ਅਤੇ ਉਹ ਹੋ ਸਕਦਾ ਸਿਸਟਮ ਵੀ ਇਸ ਕਰਕੇ ਜਿਹੜਾ ਇਨਸਾਫ ਮਿਲਣ ਦੇ ਵਿੱਚ ਆਮ ਲੋਕਾਂ ਨੂੰ ਦੇਰੀ ਹੋ ਰਹੀ ਆ। ਲੇਕਿਨ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਵੀ ਸੁਣਵਾਈ ਨਹੀਂ ਹੋ ਰਹੀ, ਕਈ ਸਾਲਾਂ ਤੋਂ ਜਿਹੜੇ ਕੇਸ ਪੈਂਡਿੰਗ ਨੇ। ਤਾਂ ਇਹਦੇ ਵਾਸਤੇ ਵੀ ਤੁਹਾਨੂੰ ਲੱਗਦਾ ਵੀ ਕੋਈ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਦੇ ਵਿੱਚ ਗੱਲਬਾਤ ਕਰਨੀ ਚਾਹੀਦੀ, ਤਾਂ ਕਿ ਜਿਹੜਾ ਜੁਡੀਸ਼ੀਅਲ ਕਮਿਸ਼ਨ ਆ ਉਹਦੇ ਸਿਸਟਮ ਨੂੰ ਥੋੜ੍ਹਾ ਸੁਖਾਲਾ ਅਤੇ ਲਚਕੀਲਾ ਬਣਾਇਆ ਜਾਵੇ, ਤਾਂ ਕਿ ਜਿਹੜੀਆਂ ਕਿਸੇ ਵੀ ਸਿੱਖ ਨੂੰ ਕੋਈ ਇਤਰਾਜ਼ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਖਿਲਾਫ ਜਾਂ ਕਿਸੇ ਵੀ ਕਰਮਚਾਰੀ ਦੇ ਖਿਲਾਫ, ਤਾਂ ਉਹ ਇੱਕ ਜਿਹੜੀ ਆ ਕਾਰਵਾਈ ਢੁਕਵੇਂ ਸਮੇਂ ਦੇ ਵਿੱਚ ਹੋ ਜੇ। ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਕੋਈ? ਦੇਖੋ, ਇਹ ਨਾ ਸ਼੍ਰੋਮਣੀ ਕਮੇਟੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ। ਠੀਕ ਹੈ ਜੀ। ਕਿਉਂਕਿ ਜੁਡੀਸ਼ੀਅਲ ਕਮਿਸ਼ਨ ਜਿਹੜਾ ਉਹ ਬੌਸ ਹੈ ਸ਼੍ਰੋਮਣੀ ਕਮੇਟੀ ਦਾ। ਅੱਛਾ ਜੀ। ਪ੍ਰਧਾਨ ਵੀ ਉਹਦੇ ਅੰਡਰ ਹੈ, ਉਹ ਚਾਹੇ ਤਾਂ ਪ੍ਰਧਾਨ ਨੂੰ ਵੀ ਕਟਹਿਰੇ 'ਚ ਖੜ੍ਹਾ ਕਰ ਸਕਦਾ। ਠੀਕ ਹੈ ਜੀ। ਉਹ ਨਿਯੁਕਤ ਕਰਦੀ ਹੈ ਸਰਕਾਰ। ਠੀਕ ਹੈ ਜੀ। ਅਤੇ ਚਲੋ ਜਿੰਨੀ ਦੇਰ ਤੱਕ ਅਕਾਲੀ ਸਰਕਾਰ ਸੀ ਉਹ ਆਪਣੇ ਬੰਦਿਆਂ ਨੂੰ ਹੀ ਨਿਯੁਕਤ ਕਰਦੀ ਸੀ। ਠੀਕ ਹੈ ਜੀ। ਅਤੇ ਹੁਣ ਉਹ ਇਹਦੇ ਲਈ ਜਿਹੜਾ ਪ੍ਰੋਪਰ ਵੇ ਹੈ, ਮੇਰਾ ਖਿਆਲ ਹੈ ਕਿ ਉਹ ਸੈਂਟਰ ਸਰਕਾਰ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ। ਠੀਕ ਹੈ ਜੀ। ਅਤੇ ਤੁਹਾਡੇ ਇਸ ਸੁਝਾਅ 'ਚੋਂ ਮੈਂ ਜ਼ਰੂਰ ਇਹਦੇ 'ਤੇ ਗੌਰ ਕਰਕੇ, ਕਿਉਂਕਿ ਸਾਡਾ ਇੱਕ ਪਲਾਨ ਵੀ ਆ ਕਿ ਅਸੀਂ ਗਵਰਨਰ ਪੰਜਾਬ ਤੋਂ ਟਾਈਮ ਲਵਾਂਗੇ, ਜਿੰਨੇ ਵੀ ਆਪੋਜੀਸ਼ਨ ਦੇ SGPC ਮੈਂਬਰ, ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਉਹਦੇ ਵਿੱਚ ਅਸੀਂ ਪਾ ਕੇ ਇਹ ਜ਼ਰੂਰ ਕਰਨ ਵਾਲਾ। ਅਤੇ ਕਿਉਂਕਿ ਇਹ ਤੋਂ ਇਹਦੀ ਪਾਰਦਰਸ਼ਤਾ ਔਰ ਇਹਦੀ ਸਮਾਂਬੱਧ, ਇਸ ਤਰ੍ਹਾਂ ਲੰਮੇ ਕੇਸ, ਤੁਸੀਂ ਇੱਕ ਹੈਰਾਨੀ ਵਾਲੀ ਗੱਲ ਇਹ ਆ ਕਿ ਜੁਡੀਸ਼ੀਅਲ ਕਮਿਸ਼ਨ ਦੇ ਵਿੱਚੋਂ ਵੀ ਜਿਹੜਾ ਕੁਛ ਦੇਖੋਗੇ, ਪਤਾ ਨਹੀਂ ਕਿੰਨੇ ਕੁ ਗੁਰਦੁਆਰੇ 'ਤੇ ਰਿਸੀਵਰ ਲੱਗੇ ਹੋਏ ਨੇ, ਉਹ ਰਿਸੀਵਰ ਲਾ ਦਿੰਦੇ ਨੇ ਗੁਰਦੁਆਰੇ ਦੇ ਪ੍ਰਧਾਨ ਨੂੰ ਤੋੜ ਕੇ, ਫਿਰ ਉਹਨੂੰ ਪੈਸੇ ਦਿੱਤੇ ਜਾਂਦੇ ਨੇ, ਰਿਸੀਵਰ ਨੂੰ ਖਰਚਾ ਦਿੱਤਾ ਜਾਂਦਾ। ਠੀਕ ਹੈ ਜੀ। ਅਤੇ ਪਹਿਲੀ ਉਹ ਜਿਹੜੇ ਦੂਸਰੇ ਪਿੰਡਾਂ ਵਾਲੇ ਗੁਰਦੁਆਰੇ ਨੇ ਜਿਹਨਾਂ ਨੂੰ ਕਹਿੰਦੇ ਨੇ 85-87 ਕੋਈ ਐਕਟ ਵਾਲੇ, ਤੋ ਇਹ ਜਿਹੜਾ ਚੀਜ਼ ਆ, ਇੱਕ ਤਾਂ ਥੋੜ੍ਹੀ ਜਿਹੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਸਮਝ ਕਰਨੀ ਚਾਹੀਦੀ ਆ ਕਿ ਦੇਖੋ, ਤੁਸੀਂ ਪੰਚਾਇਤਾਂ ਪਿੱਛੇ ਤਾਂ ਲੜਦੇ ਸੀਗੇ, ਹੁਣ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਮੈਂ ਦੇਖਦਾ ਮੇਰੇ ਕੋਲ ਇੰਨੇ ਕੇਸ ਆਉਂਦੇ ਨੇ ਨਾ, ਆਊਟ ਆਫ ਹਲਕੇ ਤੋਂ ਵੀ ਆਉਂਦੇ ਨੇ। ਕਮ ਸੇ ਕਮ ਜੇ ਮੇਰੇ ਹਲਕੇ ਦੇ ਵਿੱਚ ਆਉਂਦਾ, ਮੈਂ ਉਹਨੂੰ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਵੀ ਗੁਰਦੁਆਰੇ ਦੇ ਉੱਤੇ ਵਾਦ ਨਾ ਪਵੇ। ਜੇ ਉੱਥੇ ਅਫਸਰਾਂ ਦੀ ਇਨਵੋਲਵਮੈਂਟ ਹੁੰਦੀ ਹੈ, ਫਤਿਹਗੜ੍ਹ ਸਾਹਿਬ ਦੇ ਅਫਸਰਾਂ ਨੇ ਹਮੇਸ਼ਾ ਮੈਂ ਦੇਖਿਆ, ਭਾਵੇਂ ਸਰਕਾਰ ਜਿਹਦੀ ਮਰਜ਼ੀ ਰਹੀ ਹੋਵੇ, ਜਦੋਂ ਕਿਸੇ ਗੁਰਦੁਆਰੇ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਕੁਛ ਕਹੀਦਾ, ਤਾਂ ਉਹ ਆਪਣੇ ਆਪ ਸਗੋਂ ਇਹ ਕਹਿੰਦੇ ਨੇ ਜੀ ਤੁਸੀਂ ਇਹਨਾਂ ਨੂੰ ਹੱਲ ਕਰਾ ਦਿਓ। ਸਾਡੀ ਕੋਸ਼ਿਸ਼ ਤਾਂ ਮੈਕਸੀਮਮ ਰਹਿੰਦੀ ਹੈ, ਪਰ ਮੈਂ ਦੇਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਜਿਵੇਂ
ਸਰਕਾਰ ਬਣਨ ਤੋਂ ਬਾਅਦ ਉਹ ਸਰਕਾਰ ਪੱਖ ਦੀ ਪੰਚਾਇਤ ਬਣ ਜਾਂਦੀ ਆ, ਅਤੇ ਉਹ ਜਿਹੜੇ ਵਿਹਲੇ ਹੋਏ ਵੇ ਹੁੰਦੇ ਨੇ ਉਹ ਗੁਰਦੁਆਰੇ ਵਾਲੇ ਪਾਸੇ ਨੂੰ ਹੋ ਲੈਂਦੇ ਨੇ। ਅਤੇ ਕਮ ਸੇ ਕਮ ਗੁਰਦੁਆਰੇ ਨੂੰ ਇਸ ਤਰ੍ਹਾਂ ਦੇ ਅੱਡੇ ਨਹੀਂ ਬਣਾਉਣਾ ਚਾਹੀਦਾ, ਫਿਰ ਉਹ ਕੇਸ ਜਾਂਦੇ ਨੇ। ਸੋ ਇਸ ਤਰ੍ਹਾਂ ਦਾ ਇਹ ਹਲਝੇਵਾਂ ਹੈਗਾ, ਇਹਦੇ ਲਈ ਕੋਈ ਨਾ ਕੋਈ ਸਮਾਂ ਜਿਹੜਾ ਜ਼ਰੂਰ ਹੋਣਾ ਚਾਹੀਦਾ ਕਿ ਜੁਡੀਸ਼ੀਅਲ ਕਮਿਸ਼ਨ ਇੱਕ ਕੇਸ ਦੀ ਸੁਣਵਾਈ ਕਰੇ ਤਾਂ ਉਹਨੂੰ ਨਿਪਟਾਰਾ ਕਿੰਨੇ ਕੁ ਟਾਈਮ ਦੇ ਵਿੱਚ ਹੋਣਾ ਚਾਹੀਦਾ। ਠੀਕ ਹੈ ਨਾ ਗੱਲ। ਚਾਹੇ ਕੋਈ ਮੁਲਾਜ਼ਮ ਦਾ ਕੇਸ ਹੈ, ਚਾਹੇ ਕੋਈ ਪ੍ਰਬੰਧ ਦਾ ਕੇਸ ਹੈ, ਚਾਹੇ ਕੋਈ ਸ਼੍ਰੋਮਣੀ ਕਮੇਟੀ ਦੇ ਅਗੇਂਸਟ ਕੇਸ ਕਰਦਾ, ਤਾਂ ਉਹ ਦੋਵੇਂ ਪੱਖ ਰੱਖ ਕੇ ਜਿਹੜਾ ਹੈਗਾ ਇਹ ਹੋਣਾ ਚਾਹੀਦਾ। ਕੋਈ ਸੁਧਾਰ ਦੀ ਗੁੰਜਾਇਸ਼ ਨਜ਼ਰ ਆ ਰਹੀ ਤੁਹਾਨੂੰ ਵੀ ਕਮੇਟੀ ਦੇ ਨਿਜ਼ਾਮ ਦੇ ਵਿੱਚ ਵੀ ਹੋ ਸਕਦੀ ਅੱਗੇ ਜਾ ਕੇ? ਕੋਈ ਉਮੀਦ ਦੀ ਕਿਰਨ ਲੱਗਦੀ ਤੁਹਾਨੂੰ ਕਿਸੇ ਪਾਸੋਂ, ਜਿੰਨੇ ਵੀ ਰੋਸ ਰਸੇਵੇਂ ਨੇ ਪੰਥਕ ਧਿਰਾਂ ਦੇ? ਨਹੀਂ ਹੋਊਗਾ। ਦੇਖੋ, ਇਹ ਗੁਰੂ ਸਾਹਿਬ ਦਾ ਪੰਥ ਆ, ਔਰ ਇਹ ਪੰਥ ਨੂੰ ਦਸਮ ਪਾਤਸ਼ਾਹ ਨੇ ਆਪ ਸਾਜਿਆ, ਨਵਾਜਿਆ, ਅਤੇ ਹਰ ਚੀਜ਼ ਦਾ ਐਂਡ ਹੁੰਦਾ। ਦਿਨ ਆਉਂਦਾ ਤਾਂ ਖਤਮ ਹੁੰਦਾ, ਰਾਤ ਆ ਜਾਂਦੀ ਹੈ, ਰਾਤ ਚੱਲਦੀ ਹੈ ਅਤੇ ਉਹ ਖਤਮ ਹੁੰਦਾ। ਇਹ ਚੀਜ਼ ਨਹੀਂ ਹੈਗੀ ਕਿ ਇੱਕੋ ਚੀਜ਼ ਜਿਹੜੀ ਆ ਕੰਟੀਨਿਊਟੀ ਕਰੇ। ਇੱਕੋ ਜਿਹੀਆਂ ਤਾਂ ਸਾਡੀਆਂ ਜਿੱਦਾਂ ਦੇ ਜੰਮੇ ਸ਼ਕਲਾਂ ਨਹੀਂ ਰਹੀਆਂ, ਮਰਨ ਤੱਕ ਇਹਨਾਂ 'ਚ ਪਤਾ ਨਹੀਂ ਕਿੰਨੀ ਕੁ ਵਾਰ ਤਬਦੀਲੀ ਆਉਣੀ ਆ। ਸੋ ਇਸ ਤਰ੍ਹਾਂ ਇਹ ਤਬਦੀਲੀ ਆਊਗੀ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਜਿਹੜਾ ਅਹਿਮ ਏਜੰਡਾ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਵੀ ਰੱਖਿਆ, ਮੈਂ ਉਹਦੇ ਵਿੱਚ ਸਮਝਦਾ ਕਿ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਲੋੜ ਆ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਮੈਂ ਕਸੂਰ ਨਹੀਂ ਸਮਝਦਾ। ਹੁਣ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੀ ਆਮਦ ਬਹੁਤ ਵੱਧ ਗਈ, ਔਰ ਉਹ ਜ਼ਿਆਦਾਤਰ ਆਉਂਦੇ ਨੇ ਆਊਟਸਾਈਡਰ। ਕਿਤੇ ਨਾ ਕਿਤੇ ਅੱਜ ਲੋਕਾਂ ਨੇ ਹਰਿਮੰਦਰ ਸਾਹਿਬ ਨੂੰ ਪਿਕਨਿਕ ਦਾ ਸਲੋਟ ਬਣਾ ਲਿਆ। ਹੁਣ ਉਹ ਕੀ ਕਰਦੇ ਨੇ, ਸਰੋਵਰ ਦੇ ਕਿਨਾਰੇ 'ਤੇ ਖੜ੍ਹ ਕੇ ਵਿੰਗੇ ਟੇਢੇ ਹੋ ਕੇ ਨੌਜਵਾਨ ਬੱਚੇ ਬੱਚੀਆਂ, ਕੋਈ ਟਿਕਟੋਕ ਬਣਾਉਂਦਾ, ਕੋਈ ਮੂਵੀ ਬਣਾਉਂਦਾ। ਹੁਣ ਦੇਖੋ, ਜੇ ਉੱਥੇ ਸੇਵਾਦਾਰ ਜਾ ਕੇ ਟੋਕ ਦੇਵੇ, ਉਹਨੇ ਜਦੇ 2 ਮਿੰਟ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਚੜ੍ਹ ਦੇਣੀ ਹੈ ਜੀ, ਸਾਡੇ ਨਾਲ ਇੱਥੇ ਬਦਤਮੀਜ਼ੀ ਕੀਤੀ। ਹੁਣ ਉਹ ਮਾਹੌਲ ਸ਼੍ਰੋਮਣੀ ਕਮੇਟੀ ਦੇ ਖਿਲਾਫ ਅਜਿਹਾ ਬਣ ਕਰਕੇ ਕਿਸੇ ਨੇ ਇਹ ਤਾਂ ਦੇਖਣਾ ਨਹੀਂ। ਇਹ ਗੱਲ ਬਿਲਕੁਲ ਤੁਹਾਡੀ ਵਾਜਬ। ਠੀਕ ਹੈ ਨਾ ਗੱਲ। ਦੇਖੋ, ਮੇਰਾ ਇਹ ਅਸੂਲ ਆ ਜੀ, ਦੇਖੋ ਅਸੀਂ ਸੰਸਥਾ ਦੇ ਮੈਂਬਰ ਹਾਂ, ਜਿੱਥੇ ਉਹਨਾਂ ਦਾ ਗਲਤ ਆ ਤਾਂ ਉਹਨੂੰ ਗਲਤ ਕਹਾਂਗੇ, ਪਰ ਹੁਣ ਇਹ ਵੀ ਨਹੀਂ ਹੈਗਾ ਵੀ ਮਤਲਬ ਉਹਨਾਂ ਨੂੰ ਆਪਾਂ ਇੰਨੀ ਮਾਰੀ ਜਾਈਏ ਵੀ ਉਹ ਕੰਮ ਕਰਨ ਜੋਗੀ ਨਾ ਰਹਿਣ। ਅਤੇ ਹੁਣ ਉਹਦੇ ਵੀ ਮੈਂ ਕੱਲ੍ਹ ਖੁਦ ਦੇਖਿਆ, ਹਰਿਮੰਦਰ ਸਾਹਿਬ ਮੈਂ ਮੱਥਾ ਟੇਕਣ ਗਿਆ, ਦੇਖੋ ਸਾਡੇ ਲੋਕ ਜਦੋਂ ਦਰਬਾਰ ਸਾਹਿਬ ਜਾਂਦੇ ਸੀ ਇਸ਼ਨਾਨ ਕਰਨ, ਅੱਜ ਵੀ ਪੰਜਾਬ ਦੇ ਜਿੰਨੇ ਵੀ ਖਾਸ ਕਰਕੇ ਸਿੱਖ ਸਮੁਦਾਇ ਦੇ ਲੋਕ ਨੇ, ਉਹ ਪਹਿਲਾਂ ਟੂਟੀਆਂ 'ਤੇ ਇਸ਼ਨਾਨ ਕਰਦੇ ਨੇ ਕਿ ਤਨ ਦੀ ਮੈਲ ਉੱਥੇ ਲਾਹ ਕੇ ਫਿਰ ਉਹ ਜਾ ਕੇ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਨੇ। ਹੁਣ ਜਿਹੜੇ ਬਾਹਰੋਂ ਆਉਂਦੇ ਨੇ ਉੱਥੇ ਹੱਥ ਧੋਈ ਜਾਂਦੇ ਨੇ, ਅਤੇ ਜੇ ਕਿਤੇ ਧਿਆਨ ਨਾਲ ਤਾਂ ਉਹ ਕੁੱਲੀ ਵੀ ਕਰ ਦਿੰਦੇ ਨੇ। ਸੋ ਇਸ ਲਈ ਅੱਜ ਵਕਤ ਇਹ ਆ, ਮੈਂ ਉਹਦੇ ਵਿੱਚ ਇਹ ਰੱਖਿਆ ਕਿ ਤੁਸੀਂ ਇਹਦੇ ਲਈ ਬੁੱਧੀਜੀਵੀਆਂ ਨੂੰ, ਸੰਪਰਦਾਵਾਂ ਨੂੰ, ਟਕਸਾਲਾਂ ਨੂੰ, ਪੰਥ ਦੀਆਂ ਸ਼ਖਸੀਅਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਇਨਵੋਲਵ ਕਰਕੇ ਉਹਨਾਂ ਨਾਲ ਸਲਾਹ ਕਰੋ, ਮਸ਼ਵਰਾ ਕਰੋ। ਇਹ ਚੀਜ਼ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚੱਲਣੀ ਚਾਹੀਦੀ, ਚੱਲਣੀ ਚਾਹੀਦੀ ਹੈ, ਅਤੇ ਉੱਥੇ ਰੋਕ ਲੱਗਣੀ ਚਾਹੀਦੀ ਹੈ। ਠੀਕ ਹੈ ਨਾ ਗੱਲ। ਅਤੇ ਉੱਥੇ ਬਿਲਕੁਲ ਇਹ ਬੰਦ ਹੋਣਾ ਚਾਹੀਦਾ। ਵੈਸੇ ਤਾਂ ਮੈਨੂੰ ਲੱਗਦਾ ਕਿ ਇੱਕ ਦਿਨ ਆਊਗਾ ਕਿ ਇਹ ਫੈਸਲਾ ਲੈਣਾ ਪੈਣਾ ਕਿ ਉੱਥੇ ਕੈਮਰਿਆਂ ਦੀ ਜਿਹੜੀ ਹੈ ਬਿਲਕੁਲ ਬੈਨ ਕਰਨਾ ਪਊਗਾ ਹਰਿਮੰਦਰ ਸਾਹਿਬ ਦੇ ਅੰਦਰ ਦਾਖਲੇ 'ਤੇ। ਠੀਕ ਆ, ਬਾਹਰ ਫੋਟੋਆਂ ਲੈ ਲੈਂਦੇ ਨੇ ਜੋ ਵੀ ਆ, ਕਿਉਂਕਿ ਉਹਦੇ ਨਾਲ ਹੁਣ ਤੁਸੀਂ ਦੇਖੋ, ਆਪਾਂ ਇੱਥੇ ਦੇਖਦੇ ਹਾਂ ਬਹੁਤ ਸਾਰੇ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਮੰਦਰਾਂ ਦੇ ਵਿੱਚ ਇਹ ਫੈਸਲੇ ਲਏ ਹੋਏ ਨੇ, ਉੱਥੇ ਕੈਮਰਾ ਨਹੀਂ ਜਾਂਦਾ ਹੈਗਾ। ਤੋ ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਦੇਖੋ ਇਹਦੇ ਨਾਲ ਫਿਰ ਸਖਤ ਫੈਸਲਾ ਵੀ ਕੋਈ ਨਾ ਕੋਈ ਉਹਦੇ 'ਤੇ ਲੈਣਾ ਚਾਹੀਦਾ, ਤਾਂ ਕਿ ਜਿਹੜੀ ਉੱਥੇ ਗੁਰਮਤ ਅਧਿਆਤਮਿਕਤਾ ਜਿਹਦੇ ਨਾਲ ਮਨ ਨੂੰ ਸ਼ਾਂਤੀ ਮਿਲਣੀ ਆ। ਤੋ ਜਿਹੜਾ ਕੁਛ ਇਹ ਚੱਲ ਪਿਆ, ਇਹ ਸ਼ਾਂਤੀ ਵਾਲਾ ਥੋੜ੍ਹੀ ਆ, ਇਹ ਤਾਂ ਭੜਕਾਹਟ ਵਾਲਾ। ਉਹੀ ਫਿਰ ਟਿਕਟੋਕ 'ਤੇ ਇਹਦੇ ਲਈ ਸੰਗਤ ਨੂੰ ਜ਼ਿਆਦਾ ਲੋੜ ਆ, ਅਵੇਅਰ ਹੋਣ ਦੀ, ਜ਼ਿੰਮੇਵਾਰ ਬਣਨ ਦੀ ਲੋੜ ਆ। ਹਾਂ, ਉਹਦੇ ਲਈ ਇੱਕ ਪ੍ਰਚਾਰ ਜਿਹੜੀ ਹੈ ਉਹ ਵੱਡੇ ਵੱਡੇ ਵਿਦਵਾਨਾਂ ਨੂੰ ਕਹਿਣ, ਵੱਡੇ ਵੱਡੇ ਵਿਦਵਾਨਾਂ ਦੀਆਂ 2-2, 3-3 ਮਿੰਟ ਦੀਆਂ ਸ਼੍ਰੋਮਣੀ ਕਮੇਟੀ ਵੀਡੀਓ ਬਣਾ ਕੇ ਉਹ ਅਪੀਲਾਂ ਕਰਾਵੇ ਉਹਨਾਂ ਤੋਂ। ਠੀਕ ਹੈ ਨਾ ਗੱਲ। ਉਹ ਆਪਣੇ ਆਪਣੇ ਵਿਚਾਰ ਦੇਣ ਕਿ ਭਾਈ ਆਹ ਕੁਛ ਕਰਨ ਦੇ ਨਾਲ ਜਿਹੜਾ ਇਹ ਮਰਜ਼ਾਦਾ ਵੀ ਭੰਗ ਹੁੰਦੀ ਆ, ਤੋ ਇਹਦੇ ਨਾਲ ਜਿਹੜੀ ਹਰਿਮੰਦਰ ਸਾਹਿਬ ਦੇ ਵਿੱਚੋਂ ਅਧਿਆਤਮਿਕਤਾ ਹੈ ਉਹ ਵੀ ਖਤਮ ਹੁੰਦੀ ਹੈ। ਇਹ ਅਧਿਆਤਮਿਕ ਕੇਂਦਰ ਹੈ। ਇਹ ਠੀਕ ਹੈ, ਇਹ ਕਿਸੇ ਇੱਕ ਧਰਮ ਦਾ ਇਹਦੇ 'ਤੇ ਦਾਅਵਾ ਨਹੀਂ ਹੈ, ਇਹ ਸਾਰੀ ਦੁਨੀਆ ਦਾ ਸਾਂਝਾ, ਪਰ ਇਹਨੂੰ ਸਾਂਝੀਵਾਲਤਾ ਦਾ ਉਪਦੇਸ਼ ਇੱਥੋਂ ਇਸੇ ਕਰਕੇ ਮਿਲਣਾ। ਇੱਥੇ ਲੋਕ ਸ਼ਾਂਤੀ ਲੈਣ ਆਉਣੇ ਆ, ਅਤੇ ਫਿਰ ਜਿਹੜੇ ਆਹ ਕੰਮ ਨੇ ਇਹ ਤਾਂ ਆਪਣਾ ਵੀ ਮਨ ਸ਼ਾਂਤ ਕਰਨ ਵਾਲੇ ਨੇ, ਦੂਸਰੇ ਦਾ ਵੀ ਕਰਨ ਵਾਲੇ ਨੇ। ਦੇਖੋ, ਇੱਕ ਆਖਰੀ ਸਵਾਲ ਬਾਬਾ ਜੀ, ਨਿਰਾਸ਼ਾ ਦੇ ਵਿੱਚ ਨਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਜਾਂ ਗਾਹੇ ਬਗਾਹੇ ਇੱਕ ਗੱਲ ਕਰਦੇ ਨੇ, ਹਾਲਾਂਕਿ ਮੈਂ ਉਹਨਾਂ ਦੀਆਂ ਗੱਲਾਂ ਦੇ ਨਾਲ ਨਿੱਜੀ ਤੌਰ 'ਤੇ ਸਹਿਮਤ ਨਹੀਂ ਹੈਗਾ। ਉਹ ਗੱਲ ਇਹ ਆ ਕਿ ਉਹ ਨਿਰਾਸ਼ਾ ਦੇ ਵਿੱਚ ਕਹਿੰਦੇ ਨੇ ਕਿ ਜਿੰਨਾ ਕਰਪਸ਼ਨ ਜਾਂ ਜਿੰਨੀਆਂ ਸ਼ਿਕਾਇਤਾਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਨੇ, ਇਸ ਤੋਂ ਚੰਗਾ ਆ ਕਿ ਸ਼੍ਰੋਮਣੀ ਕਮੇਟੀ ਨੂੰ ਹੀ ਖਤਮ ਕਰ ਦਿੱਤਾ ਜਾਵੇ। ਹਾਲਾਂਕਿ ਇਹ ਇੱਕ ਸਿੱਖਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਨੁਕਸਾਨ ਦੀ ਗੱਲ ਹੋ ਸਕਦੀ ਹੈ ਵੀ ਏਡੀ ਵੱਡੀ ਸੰਸਥਾ ਨੂੰ ਇਸ ਤਰੀਕੇ ਨਾਲ ਖਤਮ ਕਰਨਾ। ਤੁਹਾਡਾ ਕੀ ਮੰਨਣਾ ਕਿ ਕਮੇਟੀ ਦੇ ਪ੍ਰਬੰਧ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਜਾਂ ਕਮੇਟੀ ਨੂੰ ਹੀ ਖਤਮ ਕਰ ਦੇਣਾ ਚਾਹੀਦਾ? ਨਹੀਂ, ਇਹ ਤਾਂ ਕੋਈ ਵੀ ਸਿੱਖ ਨਹੀਂ ਇਹ ਗੱਲ ਕਹਿ ਸਕਦਾ, ਅਤੇ ਮੈਂ ਕਮੇਟੀ ਦਾ ਮੈਂਬਰ ਨਹੀਂ ਹੈਗਾ, ਅਤੇ ਅਸੀਂ ਨਹੀਂ ਚਾਹੁੰਦੇ ਕਿ ਕੱਲ੍ਹ ਨੂੰ ਪੰਥਕ ਅਕਾਲੀ ਲਹਿਰ ਦੇ ਇੰਨੇ ਮੈਂਬਰ ਚੋਣ ਲੜਾਈਏ। ਜੇ ਕਮੇਟੀ ਖਤਮ ਹੋਊਗੀ ਅਸੀਂ ਚੋਣਾਂ ਕਿਹਨੂੰ ਲੜਾਉਣੀਆਂ? ਦੇਖੋ, ਇਹ ਇੱਕ ਐਡਾ ਵਧੀਆ ਸਿਸਟਮ ਹੈ,
ਇਹ ਦੇਖੋ ਸਿੱਖਾਂ ਦੇ ਵਿੱਚ ਜਦੋਂ ਇਲੈਕਸ਼ਨ ਇਹ ਲੜਕੇ ਆਉਂਦੇ ਨੇ, ਚੰਗੇ ਗੁਰਸਿੱਖ ਆਉਣ, ਜੀਵਨ ਵਾਲੇ ਆਉਣ, ਅਤੇ ਉਹਦੇ ਨਾਲ ਹੀ ਇਹ ਚੀਜ਼ਾਂ ਦਾ ਸੁਧਾਰ ਹੋਣਾ। ਦੇਖੋ ਇੱਦਾਂ ਸੰਸਥਾਵਾਂ, ਅਕਾਲ ਤਖਤ ਸਾਹਿਬ ਹੋ ਗਿਆ ਜਾਂ ਸ਼੍ਰੋਮਣੀ ਕਮੇਟੀ ਹੋ ਗਈ, ਇਹ ਸਾਡੀਆਂ ਸੰਸਥਾਵਾਂ ਨੇ, ਬਹੁਤ ਵੱਡੀਆਂ ਸੰਸਥਾਵਾਂ ਨੇ। ਪਰ ਇਹਨਾਂ ਸੰਸਥਾਵਾਂ ਦਾ ਹੁਣ ਜਿਹੜਾ ਜੋ ਕੁਛ ਵੀ ਹੋ ਰਿਹਾ, ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਜੰਗਲ ਕਹਾੜੇ ਨੂੰ ਦੇਖ ਕੇ ਨਹੀਂ ਸੀ ਰੋਇਆ, ਉਹ ਰੋਇਆ ਆਪਣੇ ਜਾਤ ਭਾਈ ਨੂੰ ਦੇਖ ਕੇ। ਹਰਨਾ ਬਾਜਾਂ ਤੈਂ ਸਕਦਾਰਾਂ, ਇੰਨਾ ਪੜ੍ਹਿਆ ਨਾ ਉਹ। ਇਹ ਜਿਹੜੇ ਸਾਰੇ ਹਿਰਨ ਨੇ, ਇਹ ਕਹਿੰਦੇ ਇੱਕ ਹਿਰਨ ਜਿਹੜਾ ਸ਼ਿਕਾਰੀ ਦਾ ਸਿਖਾਇਆ ਵਾ ਹੁੰਦਾ ਨਾ, ਉਹ ਸਾਰੇ ਜਾਤ ਭਾਈਆਂ ਨੂੰ ਇਕੱਠੇ ਕਰਕੇ ਉੱਥੇ ਲੈ ਜਾਂਦਾ, ਸਾਰਿਆਂ ਨੂੰ ਮਰਾ ਦਿੰਦਾ। ਤਾਂ ਇਸ ਲਈ ਇਹ ਜਿਹੜਾ ਨੁਕਸਾਨ ਹੈ, ਇਹ ਸਾਡੇ ਦਸਤੇ ਬਣ ਕੇ ਸਾਡੇ ਆਪਣਿਆਂ ਨੇ ਕੀਤਾ। ਬਾਹਰਲਾ ਨਾ ਸਾਡੀਆਂ ਸੰਸਥਾਵਾਂ ਨੂੰ ਮਾਰ ਸਕਦਾ। ਅਕਾਲ ਤਖਤ ਸਾਹਿਬ ਦੇ ਹਮਲੇ ਕਿੰਨੇ ਹੋਏ, ਪਰ ਅਕਾਲ ਤਖਤ ਸਾਹਿਬ ਦੀ ਸੋਚ ਅੱਜ ਵੀ ਬਰਕਰਾਰ ਆ। ਪਰ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਦੇਖੋ ਬਿਲਡਿੰਗ ਢਹਿ ਗਈ, ਦੁਬਾਰੇ ਬਣਾ ਲਈ, ਪਰ ਜਿਹੜੇ ਸਿਧਾਂਤਾਂ ਨੂੰ ਢਾਹ ਲੱਗਿਆ, ਰਾਮ ਰਹੀਮ ਵਰਗਿਆਂ ਨੂੰ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ, ਉਹ ਦਰਦ ਦੀ ਟੀਸ ਅੱਜ ਵੀ ਸਿੱਖ ਦੇ ਮਨ ਦੇ ਵਿੱਚ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਆ। ਸੋ ਇਸ ਲਈ ਇਹਦਾ ਇੱਕੋ ਹੱਲ ਹੈ, ਸੰਸਥਾ ਦਾ ਕੁਛ ਨਹੀਂ ਵਿਗੜਿਆ, ਸੰਸਥਾ ਚੜ੍ਹਦੀ ਕਲਾ 'ਚ ਹੋਰ ਵੀ ਜਾਊਗੀ। ਪਰ ਮੈਨੂੰ ਲੱਗਦਾ ਹੁਣ ਵਕਤ ਆ ਗਿਆ ਕਿ ਜਿਹੜੇ ਲੋਕ ਇਹਦੇ 'ਤੇ ਕਾਬਜ਼ ਹੋਏ ਬੈਠੇ ਨੇ, 100 ਸਾਲ ਬਾਅਦ ਛੱਪੜ ਵੀ ਜਿਹੜਾ ਬੋ ਮਾਰਨ ਲੱਗ ਜਾਂਦਾ। ਸੋ ਇਸ ਲਈ ਇਹ ਇੱਕੋ ਨਿਜ਼ਾਮ ਜਿਹੜਾ ਇਹਨੇ ਮਤਲਬ ਕੋਈ ਧਾਰਮਿਕਤਾ ਲਿਆਉਣ ਦੀ ਬਜਾਏ ਇੱਕ ਸਿਆਸੀ ਹਰਬੇ ਵਜੋਂ ਵਰਤਿਆ, ਸਿਆਸੀ ਤਾਕਤ ਲਈ ਵਰਤਿਆ। ਮੈਂ ਦਾਅਵਾ ਕਰਦਾ ਅੱਜ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਖਹਿੜਾ ਛੱਡ ਕੇ ਨਰੋਲ ਆਪਣੇ ਸਿਆਸੀ ਏਜੰਡੇ 'ਤੇ ਕੰਮ ਕਰੇ ਤਾਂ ਹੋ ਸਕਦਾ ਉਹਨਾਂ ਦੀ ਪੋਜੀਸ਼ਨ ਕੁਛ ਹੋਰ ਹੋਵੇ। ਅੱਜ ਇਹਨਾਂ ਦੀ ਗਲੇ ਦੀ ਹੱਡੀ ਸ਼੍ਰੋਮਣੀ ਕਮੇਟੀ ਬਣੀ ਹੋਈ ਆ, ਅੱਜ ਇਹਨਾਂ ਦੀ ਬਦਨਾਮੀ ਦਾ ਕਾਰਨ ਸ਼੍ਰੋਮਣੀ ਕਮੇਟੀ ਆ। ਅੱਜ ਜਿੰਨੇ ਵੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਨੇ, ਅੱਜ ਇਹਨਾਂ ਦਾ ਨਹੀਂ ਪੈਰ ਲੱਗ ਰਹੇ ਤਾਂ ਉਹਦਾ ਕਾਰਨ ਸ਼੍ਰੋਮਣੀ ਕਮੇਟੀ ਆ। ਪਰ ਇਹ ਸਦਾ ਹੀ ਇਹ ਭੁਲੇਖੇ 'ਚ ਨੇ ਕਿ ਜੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਨਹੀਂ ਰਹੀ ਤਾਂ ਸਾਡੇ ਕੋਲ ਸੱਤਾ ਨਹੀਂ ਰਹਿਣੀ। ਤਾਂ ਪਰ ਮੇਰਾ ਇਹ ਮੰਨਣਾ ਕਿ ਸੱਤਾ ਇਹਨਾਂ ਕੋਲ ਆ ਸਕਦੀ ਹੈ ਜੇ ਇਹ ਨਰੋਲ ਸਿਆਸੀ ਹੋ ਕੇ ਵਿਚਰਨ, ਸਿਆਸੀ ਹੋ ਕੇ ਵਿਚਰਨ ਅਤੇ ਏਜੰਡੇ 'ਤੇ ਗੱਲ ਕਰਨ, ਸਿੱਖਾਂ ਦੇ ਏਜੰਡੇ 'ਤੇ ਗੱਲ ਕਰਨ, ਫਿਰ ਕੁਛ ਬਣ ਸਕਦਾ। ਪਰ ਹੁਣ ਲੋਕਾਂ ਨੂੰ ਇਹ ਆ ਵੀ ਹੁਣ ਹਰ ਸਿੱਖ ਸੋਚਦਾ, ਹੁਣ ਜਿਹੜਾ ਸਿੱਖ ਕਾਂਗਰਸ 'ਚ ਬੈਠਾ, ਜਿਹੜਾ ਸਿੱਖ ਕਿਤੇ ਹੋਰ ਬੈਠਾ, ਅੰਮ੍ਰਿਤਧਾਰੀ ਆ, ਗੁਰੂ ਘਰ ਆਉਂਦਾ, ਉਹ ਇਹ ਸੋਚਦਾ ਵੀ ਇਹ ਦਫ਼ਤਰਾਂ 'ਤੇ ਕਬਜ਼ੇ ਕਰਕੇ ਕਿਉਂ ਬੈਠਣ ਬਈ। ਇੱਕ ਪਾਰਟੀ ਦਾ ਜਿਹੜੀ ਇੱਕ ਪਾਰਟੀ ਦਫ਼ਤਰ ਵਜੋਂ ਕਿਉਂ ਚਲਾਵੇ, ਇੱਕ ਪਾਰਟੀ ਦੇ ਲੀਡਰ ਆ ਕੇ ਕਿਉਂ ਇੱਥੇ ਸੇਵਾਦਾਰਾਂ ਨੂੰ ਕਰਿੰਦੇ ਬਣਾਉਣ। ਅੱਜ ਤੁਸੀਂ ਹਾਲ ਦੇਖੋ ਕਿ ਮੈਨੇਜਰਾਂ ਨੂੰ ਕਿਵੇਂ ਉਹਨਾਂ ਦੇ ਜਲੂਸ ਕੱਢਿਆ ਪਿਆ ਹੈ। ਤੋ ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸੁਧਾਰ ਹੋਣ ਵਾਲੇ ਨੇ। ਤੋ ਆਪਣੀ ਕੋਸ਼ਿਸ਼ ਰਹੂਗੀ ਕਿ ਇੱਕ ਸਾਲ ਜਿਹੜਾ ਇਹ ਸਮਾਂ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਦੇਖਭਾਲਾ ਅਤੇ ਹਰ ਸਿੱਖ ਨੂੰ ਚੰਗਾ ਲੱਗਿਆ ਅਤੇ ਇਹੋ ਜਿਹੇ ਜਿਹੜੇ ਏਜੰਡੇ ਨੇ ਉਹ ਕੱਢਾਂਗੇ ਅਤੇ ਬਾਕੀ ਫਿਰ ਦੇਖਦੇ ਕੀ ਕਰਦੇ। ਬਾਬਾ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਲਾਂਕਿ ਅਸੀਂ ਦੇਖਿਆ ਤੁਹਾਡੇ ਕਾਫੀ ਰੁਝੇਵੇਂ ਸੀ ਅੱਜ ਕੱਲ੍ਹ। ਸੋ ਇਹ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੋ ਕਿ ਐਗਜ਼ੀਕਿਊਟਿਵ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੇ ਬੜੀ ਸਿੰਪਲ ਭਾਸ਼ਾ ਦੇ, ਵਧੀਆ ਭਾਸ਼ਾ ਦੇ ਵਿੱਚ ਆਪਣੇ ਜਿਹੜੇ ਵਿਚਾਰ ਸੀ, ਆਪਣਾ ਪੱਖ ਰੱਖਿਆ। ਔਰ ਸ਼੍ਰੋਮਣੀ ਕਮੇਟੀ ਵੀ ਆਪਣਾ ਪੱਖ ਜਿਹੜਾ ਆ ਗਾਹੇ ਬਗਾਹੇ ਮੀਡੀਆ ਦੇ ਵਿੱਚ ਜਾਂ ਆਪਣੇ ਜਿਹੜੇ ਉਹਨਾਂ ਦੇ ਪਲੇਟਫਾਰਮ ਨੇ ਉਹਨਾਂ ਦੇ ਵਿੱਚ ਰੱਖਦੀ ਰਹਿੰਦੀ ਆ। ਪੱਖ ਰੱਖਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ। ਸੋ ਗੱਲਾਂ ਹੋਣੀਆਂ ਚਾਹੀਦੀਆਂ ਨੇ। ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੀ ਇੱਕ ਵਿਚਾਰ ਆ, ਸ਼ਬਦ ਦੀ ਵਿਚਾਰ ਕਰਨ ਦੀ ਵੀ ਗੁਰੂ ਸਾਹਿਬ ਵਾਰ-ਵਾਰ ਗੱਲ ਕਰਦੇ ਨੇ, ਅਤੇ ਉੱਦਾਂ ਵੀ ਡਿਸਕਸ਼ਨ ਜਿਹੜਾ ਸੰਗਤੀ ਡਿਸਕਸ਼ਨ ਆ ਉਹਦੀ ਵੀ ਗੱਲ ਸਿੱਖੀ ਸਿਧਾਂਤ ਦੀ ਇੱਕ ਮੂਲ ਸਿਧਾਂਤਾਂ ਵੀ ਡਿਸਕਸ਼ਨ ਹੋਣੀ ਚਾਹੀਦੀ ਆ। ਇਸ ਡਿਸਕਸ਼ਨ ਦੇ ਨਾਲ ਹੀ ਸੁਧਾਰ ਹੁੰਦੇ ਨੇ। ਸੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਨਿਜ਼ਾਮ ਦੇ ਵਿੱਚ ਖਾਮੀਆਂ ਨੇ, ਸੋ ਬਿਹਤਰ ਹੋਵੇਗਾ ਕਿ ਹਰ ਇੱਕ ਸਿੱਖ ਇਹੀ ਚਾਹੁੰਦਾ, ਕੋਈ ਸਿੱਖ ਨਹੀਂ ਚਾਹੁੰਦਾ ਵੀ ਕਿਸੇ ਦੇ ਖਿਲਾਫ ਕੋਈ ਬੋਲਿਆ ਜਾਵੇ, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੁਝ ਧਰਨੇ ਲੱਗਦੇ ਨੇ ਜਾਂ ਕੁਝ ਬਿਆਨਬਾਜ਼ੀ ਵੀ ਹੁੰਦੀ ਹੈ ਤਾਂ ਉਹਦੇ ਨਾਲ ਹਰ ਇੱਕ ਸਿੱਖ ਆਪਣੇ ਆਪ ਦੇ ਵਿੱਚ ਇੱਕ ਨਮੋਸ਼ੀ ਫੀਲ ਕਰਦਾ ਕਿ ਇੰਨੀ ਵੱਡੀ ਸੰਸਥਾ ਹੋਵੇ ਔਰ ਸਿੱਖ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ। ਸੋ ਇਹ ਚੀਜ਼ਾਂ ਗੁਰਮਤਿ ਅਨੁਸਾਰ ਹਰ ਇੱਕ ਸਾਨੂੰ ਨਹੀਂ ਲੱਗਦਾ ਵੀ ਜਿਹੜੇ ਕਮੇਟੀ ਦੇ ਪ੍ਰਬੰਧਕ ਨੇ ਉਹਨਾਂ ਨੂੰ ਗੁਰਮਤਿ ਦਾ ਨਹੀਂ ਪਤਾ ਹੋਏਗਾ। ਸਾਰੇ ਗਿਆਨੀ ਨੇ, ਵਿਦਵਾਨ ਨੇ ਉੱਥੇ ਬੈਠੇ ਹੋਏ। ਸੋ ਉਹਨਾਂ ਨੂੰ ਇਸ ਚੀਜ਼ ਦੇ ਵੱਲ ਧਿਆਨ ਦੇ ਕੇ ਜਿਹੜਾ ਪ੍ਰਬੰਧ ਆ ਉਹਨੂੰ ਗੁਰਮਤਿ ਦੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੀ ਚਲਾਉਣਾ ਚਾਹੀਦਾ, ਤਾਂ ਕਿ ਸਾਰਾ ਸਿਸਟਮ, ਸਾਰੇ ਲੋਕ ਖੁਸ਼ ਰਹਿਣ ਔਰ ਕਿਸੇ ਵੀ ਚੀਜ਼ ਦੀ ਫਿਰ ਕਮੀ, ਦਸਵੰਧ ਦੇ ਵਿੱਚ ਵੀ ਜਿਹੜੇ ਵਾਧਾ ਹੋਏਗਾ, ਇਹ ਨਹੀਂ ਹੋਏਗਾ ਵੀ ਘਾਟਾ ਹੋਏਗਾ। ਕਿਉਂਕਿ ਹੁਣ ਬਹੁਤ ਸਾਰੇ ਸਿੱਖ ਜਿਹੜੇ ਨੇ ਨਿਰਾਸ਼ਾ ਦੇ ਵਿੱਚ ਅਕਸਰ ਕਹਿੰਦੇ ਰਹਿੰਦੇ ਨੇ ਕਿ ਨਾ ਪੈਸੇ ਚੜਾਓ ਗੁਰਦੁਆਰਿਆਂ ਦੇ ਵਿੱਚ। ਹਾਲਾਂਕਿ ਪੈਸੇ ਚੜਾਉਣੇ ਵੀ ਜ਼ਰੂਰੀ ਨੇ। ਬਹੁਤ ਸਾਰੇ ਜਿਹੜੀਆਂ ਸੰਸਥਾਵਾਂ, ਐਜੂਕੇਸ਼ਨ ਦੇ ਕੰਮ, ਲੰਗਰ ਦੀ ਸੇਵਾ, ਬਹੁਤ ਕੁਝ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਵੀ ਜਾ ਰਿਹਾ। ਸੋ ਇਹ ਚੀਜ਼ਾਂ ਦੇ ਉੱਪਰ ਵੀ ਅਸਰ ਪਏਗਾ। ਲੋੜ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਕਮੇਟੀ ਦੇ ਨਿਜ਼ਾਮ ਦੇ ਵਿੱਚ ਰਲ ਮਿਲ ਕੇ ਸੁਧਾਰ ਕਰਨ ਦੀ ਲੋੜ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੀ ਦਾ ਫਿਰ ਤੋਂ, ਅਤੇ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਨੂੰ ਸੁਣਿਆ। ਤੁਹਾਡੇ ਜਿਹੜੇ ਸੁਝਾਅ ਹੁਣ ਸਾਨੂੰ ਕਮੈਂਟਸ ਕਰਕੇ ਜਾਂ ਫੋਨ ਕਰਕੇ ਵੀ ਸਾਨੂੰ ਦੇ ਸਕਦੇ ਹੋ, ਤਾਂ ਕਿ ਉਹ ਸੁਝਾਅ ਜਿਹੜੇ ਨੇ ਭਾਈ ਸਾਹਿਬ ਤੱਕ ਪਹੁੰਚਾਏ ਜਾਣ ਅਤੇ ਉਹ ਜਿਹੜੇ ਸੁਝਾਅ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਗੁਰਮਤਿ ਅਨੁਸਾਰ ਲਾਗੂ ਕਰਵਾਏ ਜਾ ਸਕਣ। ਸਾਨੂੰ ਦਿਓ ਇਜਾਜ਼ਤ। ਧੰਨਵਾਦ।